तेरी सुख पाया। आज्ञा पई अकाल की तबे चलायो पंथ, सब सिखन को हुक्म है गुरु मान्यो ग्रंथ। ਇਹ ਸੇਵਾ ਕਰਨ ਦਾ ਸੁਭਾਗ ਕਿਵੇਂ ਪ੍ਰਾਪਤ ਹੁੰਦਾ ਤੁਹਾਨੂੰ? ਦਾਸਰੇ ਨੂੰ ਇਹ ਵੱਡੀ ਦਾਤ ਦਿੱਤੀ ਹੈ, ਲਿਖਣ ਵਾਲਾ ਬਣਾਇਆ ਹੈ, ਉਹਨਾਂ ਦੀ ਵਡਿਆਈ। ਇਹ ਦਾਤ ਸਿੱਖਾਂ ਨੂੰ ਬਖਸ਼ੀ ਹੈ ਵੀ ਤੁਸੀਂ ਨਿਰੰਕਾਰ ਤੋਂ ਆਈ ਹੋਈ ਬਾਣੀ, ਆਪ ਨਿਰੰਕਾਰ, ਖੁਦ ਨਿਰੰਕਾਰ ਦੀ ਬੋਲੀ, ਖੁਦ ਨਿਰੰਕਾਰ ਦਾ ਰੂਪ ਤੁਸੀਂ ਆਪ ਆਪਣੇ ਹੱਥੀਂ ਲਿਖ ਸਕਦੇ ਹੋ। ਤੇ ਦਾਤੇ ਨੇ ਇਹ ਰਹਿਮਤ ਕੀਤੀ ਹੈ, ਅੱਖਾਂ ਵਿੱਚ ਦੀ ਹੁੰਦੀ ਹੋਈ ਬੁੱਧੀ ਵਿੱਚ, ਜੇਵਾ ਉੱਤੇ, ਉਂਗਲਾਂ ਵਿੱਚ ਦੀ ਆ ਕੇ ਤੇ ਸ਼ਾਹੀ ਤੇ ਕਲਮ ਦੇ ਰਾਹੀਂ ਇੱਕ ਅੰਗ ਦੇ ਉੱਤੇ ਉਤਰ ਜਾਂਦੀ। ਜਿਸ ਅੰਗ ਤੇ ਆਪਾਂ ਬਾਣੀ ਲਿਖਦੇ ਹਾਂ, ਪੰਨਾ ਜਿਹਨੂੰ ਕਹਿ ਲਈ, ਕਾਗਜ਼ ਕਹਿ ਲਈ, ਉਹ ਕਾਗਜ਼ ਕਾਹਦਾ ਬਣਿਆ ਹੁੰਦਾ, ਕਿਹੜਾ ਕਾਗਜ਼ ਹੈ? ਜੈਪੁਰ ਤੋਂ ਮਿਲਦਾ ਹੈ ਭੈਣ ਜੀ। ਉਹਨਾਂ ਫੇਵਰ ਦਾ ਕਹਿੰਦੇ ਨੇ, ਲੱਕੜੀ ਦਾ ਬਣਿਆ ਹੋਇਆ ਹੁੰਦਾ। ਉਹ ਆਪ ਹੈਂਡਮੇਡ ਉਹਨੂੰ ਗ੍ਰਾਈਂਡ ਕਰਦੇ ਨੇ, ਪਹਿਲਾਂ ਚੂਨੇ ਦੇ ਪਾਣੀ ਦੇ ਵਿੱਚ ਉਹਨੂੰ ਫੇਵਰ ਜਿਹਨੂੰ ਧਾਗੇ ਜਿਹੇ ਹੁੰਦੇ ਨੇ, ਰੇਸ਼ੇ ਜਿਹੇ ਹੁੰਦੇ ਨੇ, ਉਹਨਾਂ ਨੂੰ ਭਿਉਂ ਦਿੰਦੇ ਨੇ, 15-20 ਦਿਨ ਭਿਉਂ ਕੇ ਰੱਖਦੇ ਨੇ, ਫਿਰ ਉਹਨੂੰ ਗ੍ਰਾਈਂਡ ਕਰਦੇ ਨੇ, ਪਾਣੀ ਵਿੱਚੋਂ ਕੱਢ ਕੇ ਉਹਨੂੰ ਪੇਪਰ ਨੂੰ ਬਣਾਉਂਦੇ ਨੇ ਫਿਰ। ਤੇ ਇਹ ਸਾਰਾ ਹੱਥ ਨਾਲ ਬਣਿਆ ਹੋਇਆ ਹੁੰਦਾ ਹੈ। ਕਲਮ ਔਰ ਸਿਆਹੀ ਦੀ, ਤਾਂ ਕਲਮ ਕਿਹੜੀ ਵਰਤੋਂ ਕਰਦੇ ਹੋ, ਲੱਕੜ ਕਿਹੜੀ ਹੁੰਦੀ ਹੈ, ਲੈ ਕੇ ਕਿੱਥੋਂ ਆਉਂਦੇ ਹੋ ਤੁਸੀਂ? ਉਹ ਭੈਣ ਜੀ ਪਹਿਲਾਂ ਤਾਂ ਮੈਨੂੰ ਮਿਲੀ ਨਹੀਂ ਸੀਗੀ ਬਾਂਸੀ, ਤੇ ਉਹ ਮੈਂ ਕਾਨਪੁਰ ਤੋਂ ਮੰਗਵਾਉਂਦਾ ਸੀ। ਭੈਣ ਜੀ ਨੇ, ਰੁਪਿੰਦਰ ਕੌਰ, ਉਹ ਵੀ ਮਤਲਬ ਗੁਰਬਾਣੀ ਉਹਦਾ ਲਿਖਦੇ ਨੇ, ਸੇਵਾ ਕਰਦੇ ਨੇ, ਉਹਨਾਂ ਤੋਂ ਮੰਗਵਾਈ, ਉਧਰਲੀ ਸਾਈਡ ਤੋਂ ਮਿਲ ਜਾਂਦੀ। ਫਿਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਇਹ ਬਾਂਸੀ ਦਾ ਪੌਦਾ ਹੀ ਮਿਲ ਗਿਆ, ਉਹ ਮੈਂ ਘਰੇ ਲਗਾ ਲਿਆ। ਫਿਰ ਉਹ ਬਾਂਸੀ ਜਿਹੜੀ ਸੁੱਕ ਜਾਂਦੀ ਹੈ, ਉਹਨੂੰ ਫਿਰ ਉਹਦੀਆਂ ਕਲਮਾਂ ਬਣ ਜਾਂਦੀਆਂ ਨੇ, ਤੇ ਨਾਲੇ ਚਲੋ ਘਰੇ ਸੋਹਣਾ ਲੱਗਦਾ ਹੈ ਪੌਦਾ। ਫਿਰ ਕਿਸੇ ਨੂੰ ਵਿਖਾਇਆ ਜਾਂਦਾ ਹੈ, ਬੱਚੇ ਸਿੱਖਣ ਵਾਲੇ ਆਉਂਦੇ ਨੇ ਜੇ ਲਿਖਾਈ, ਉਹਨਾਂ ਨੂੰ ਦੱਸਿਆ ਜਾਂਦਾ ਹੈ ਵਿਰਸੇ ਨਾਲ ਵੀ, ਪੁਰਾਣਾ ਵਿਰਸਾ ਇਹ ਸੀ ਸਾਡਾ, ਇਹ ਕਹਾਣੀਆਂ ਸੀ ਸਾਡੇ ਆਮ ਮਿਲ ਜਾਂਦੀਆਂ ਹੁੰਦੀਆਂ। ਸ਼ਾਹੀ ਦੇ ਵਿੱਚ ਵਸਤੂਆਂ ਜਿਹੜੀਆਂ ਪੈਂਦੀਆਂ ਨੇ ਕੁਛ ਕੁ, ਇਹਨੂੰ ਕਹਿੰਦੇ ਨੇ ਲਾਜਵਰਦ। ਇਹ ਲਾਜਵਰਦ ਇੱਕ ਪੱਥਰ ਹੈ, ਇਹ ਪੱਥਰ ਲਾਜਵਰਦ, ਇਹਨੂੰ ਇੱਕ ਰੱਤੀ ਪਾਉਣਾ ਹੈ ਸੋਨੇ ਜਿੰਨਾ ਹੀ। ਇਹ ਸ਼ਾਹੀ ਨੂੰ ਗਰਮੈਸ਼ ਦੇਣ ਵਾਸਤੇ ਹੁੰਦਾ ਜੀ। ਇੱਕ ਆ ਹੁੰਦਾ ਬੋਲ ਜੀ, ਜਿਹਨੂੰ ਗੂੰਦ ਕਹਿੰਦੇ ਨੇ, ਇਹ ਬੂੰਦ ਹੈ, ਗੋਲ ਹੈ, ਬੋਲ ਹੈ, ਮੁਰਾ, ਮੁਰਮੱਕੀ, ਹੀਰਾ ਬੋਲ, ਬੋਲ ਕੱਲਾ, ਇਹਦੇ 3 ਨਾਂ ਨੇ, ਮੁਰਮੱਕੀ, ਹੀਰਾ ਬੋਲ ਤੇ ਬੋਲ। ਇਹ 3 ਨਾਵਾਂ ਨਾਲ ਇਹਨੂੰ ਜਾਣਦੇ ਨੇ। ਤੇ ਆਮ ਬਾਹਰ ਜਦੋਂ ਅਸੀਂ ਕਿਤੇ ਦੇਖੀਏ ਤਾਂ ਇਹਨੂੰ ਮੁਰਾ ਕਹਿੰਦੇ ਨੇ, ਬਾਹਰ ਕੰਟਰੀਆਂ ਦੇ ਵਿੱਚ। ਤੇ ਇਹ ਹੈਗਾ ਜੀ ਕੱਜਲ ਦੂਰ ਕਾ, ਜਿਹਨੂੰ ਆਪਾਂ ਵੱਟੀ ਵਾਲਾ ਸੁਰਮਾ ਕਹਿੰਦੇ ਹਾਂ। ਵੱਟੀ ਵਾਲਾ ਸੁਰਮਾ, ਦੂਰ ਕਾ ਕੱਜਲ, ਇਹਨੂੰ ਤਾਂ ਕਰਕੇ ਬੋਲਦੇ ਨੇ ਕਿਉਂਕਿ ਇਹ ਦੂਰੋਂ ਆਉਂਦਾ, ਵੀ ਦੂਸਰੇ ਦੇਸ਼ ਤੋਂ ਆਉਂਦਾ। ਹੁਣ ਤਾਂ ਚਲੋ ਆਪਣੇ ਦੇਸ਼ ਦੇ ਵੀ ਹੁੰਦਾ ਹੋਣਾ ਹੈ, ਪਰ ਪਹਿਲਾਂ ਸਮਿਆਂ ਦੇ ਵਿੱਚ ਉਹ ਦੂਰੋਂ ਆਉਂਦਾ ਹੁੰਦਾ ਸੀ। ਮੁਸਲਮਾਨਾਂ ਦੇ ਵਿੱਚ ਉਹਨਾਂ ਦੇ ਨਬੀ ਨੂੰ ਦਰਸ਼ਨ ਕਰਨ ਵਾਸਤੇ ਗਏ, ਕਹਿੰਦੇ ਇੱਕ ਪਰਬਤ ਫਟਿਆ ਸੀ, ਉੱਥੇ ਸੁਰਮਾ ਬਣ ਗਿਆ ਸੀ ਉਸ ਪਰਬਤ ਦਾ। ਉਹ ਫਿਰ ਉਹ ਬਾਹਰੋਂ ਮੰਗਾਉਂਦੇ ਹੁੰਦੇ ਸੀ ਉਸ ਸਮਿਆਂ ਦੇ ਵਿੱਚ। ਇਹਨੂੰ ਫਿਰ ਦੂਰ ਕਾ ਕੱਜਲ ਬੋਲਦੇ ਨੇ ਸੀ, ਦੂਰੋਂ ਆਇਆ ਹੋਇਆ, ਇਹਨੂੰ ਦੂਰ ਕਾ ਕੱਜਲ ਕਹਿੰਦੇ ਨੇ, ਸੁਰਮਾ ਬੱਟੀ ਵਾਲਾ। ਜਾਣਨਾ ਚਾਹੁੰਦੀ ਕਿ ਇਹ ਬਹੁਤ ਵਧੀਆ ਚੀਜ਼ ਦਿਖਾਈ ਹੈ ਤੁਸੀਂ ਨਾ, ਸਾਡੇ ਤਾਂ ਹੈ ਹੀ ਨਹੀਂ ਹੈ। ਮਤਲਬ ਅੱਜ ਪਹਿਲੀ ਵਾਰ ਦਰਸ਼ਨ ਹੋਏ ਨੇ, ਥੋੜ੍ਹੇ ਜਿਹੇ ਹੋਰ ਰੱਖੋਗੇ ਹੱਥ 'ਤੇ, ਆਪਾਂ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਦਿਖਾ ਦਈਏ ਕਿ ਇਸ ਨੂੰ ਬੋਲਦੇ ਨੇ। ਨਾਮ ਦੱਸਿਓ ਦੁਬਾਰਾ ਇਹਨਾਂ ਦਾ। ਬੱਟੀ ਵਾਲਾ ਸੁਰਮਾ, ਬੱਟੀ ਵਾਲਾ ਸੁਰਮਾ, ਬਿਲਕੁਲ ਜੀ। ਇਹ ਸਿਆਹੀ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਨਾਲ ਦੀ ਨਾਲ ਇਹ ਵੱਡੀਆਂ ਜਾਣਕਾਰੀਆਂ ਅੱਜ ਲੈ ਕੇ ਪਹੁੰਚੇ ਹਾਂ ਇਸ ਵੀਰ ਦੇ ਕੋਲ। ਤੇ ਅਨੁਮਾਨਿਤ ਖਰਚਾ ਕਿੰਨਾ ਕੁ ਆ ਜਾਂਦਾ ਹੈ ਸਿਆਹੀ ਦਾ ਸਮਾਨ ਲੈਣ 'ਤੇ, ਜਾਂ ਜਿਹੜੇ ਤੁਸੀਂ ਪੇਪਰ ਮੰਗਵਾਇਆ, ਕਾਗਜ਼ ਮੰਗਵਾਇਆ, ਉਹ ਕਿੰਨਾ ਟੋਟਲ ਖਰਚਾ ਆਉਂਦਾ ਹੈ? ਉਹ ਪਹਿਲਾਂ 24 ਕੈਰਟ ਦਾ ਸੋਨਾ, ਉਹਨੂੰ 24 ਕੈਰਟ ਦੇ ਸੋਨੇ ਨੂੰ ਅਸੀਂ ਜੈਪੁਰੋਂ ਉਹਨੂੰ ਵਰਕ ਕਰਵਾ ਕੇ ਲੈ ਕੇ ਆਉਣੇ ਨੇ। ਵਰਕ ਕਰਵਾ ਕੇ ਉਸ ਦੀ ਫਿਰ ਸ਼ਾਹੀ ਬਣੂਗੀ ਬਿਲਕੁਲ ਗੋਲਡਨ, ਉਹ ਸਾਈਡ ਦੇ ਉੱਤੇ ਸੋਨਾ ਲੱਗੇਗਾ। ਫਿਰ ਉੱਪਰ ਮਨ ਹੈ, ਸੰਗਤ ਬੜੀ ਕਿਰਪਾ ਕਰ ਰਹੀ ਹੈ, ਸਹਿਯੋਗ ਦੇ ਰਹੇ ਨੇ। ਇੱਕ ਸਾਰੇ ਦਾ ਸਾਰਾ ਮਹਾਰਾਜ ਸਾਹਿਬ ਦੇ ਸਰੂਪ ਦੇ ਉੱਤੇ ਜਿਹੜਾ ਸੋਨਾ ਚਲਾਇਆ ਜਾਵੇ। ਅਨੁਮਾਨ ਤੇ ਇਹ ਹੈ ਵੀ 35-40 ਲੱਖ ਦਾ, ਤੇ ਬਾਕੀ ਸੱਚੇ ਪਾਤਸ਼ਾਹ ਜਾਣਦੇ ਨੇ। ਖਰਚੇ ਦੀ, ਮਿਹਨਤ ਦੀ ਇਹ ਗੱਲਾਂ ਵੱਖਰੀਆਂ ਨੇ, ਪਰ ਜਿਹੜੀ ਰੂਹ ਦੀ ਕਮਾਈ, ਰੂਹ ਦੀ ਮਿਹਨਤ, ਰੂਹ ਦੀ ਮਸੱਕਤ ਲੱਗਦੀ ਹੈ, ਉਹ ਸੱਚਖੰਡ ਤੱਕ ਪ੍ਰਵਾਨ ਹੁੰਦੀ ਹੈ।
2 ਸਰਸਾਈਆਂ ਲਿਖੀਆਂ ਨੇ, ਉੱਥੇ 40 ਗ੍ਰਾਮ ਸਮਾਨ ਪਾਉਣਾ। ਇਹ ਸਾਰੀਆਂ ਤੋਲ ਲਿਖੇ ਨੇ। ਫਿਰ 2 ਸਰਸਾਈ ਗੂੰਦ ਕਿੱਕਰ ਕਾ, 2 ਸਰਸਾਈ ਬੋਲ, 1 रत्ती सोना, लाजवर्द, विजयसार का पानी, निम्न की लकड़ी, तांबे का भांडा, दिन 20 कसम। ये विधि है सारी बनाउण दी, ते इहनूं 20 दिनां बाਅਦ ਇਹ ਤਿਆਰ ਹੋ ਜਾਂਦੀ ਹੈ। ਇਹਦੇ ਵਿੱਚ ਦੀਵੇ का फुੱਲ ਪਾਇਆ ਜਾਂਦਾ ਹੈ। ਜਿਹੜੀ ਰਸਾਈ ਦੇ ਢੰਗ ਨਾਲ ਮੈਂ ਸ਼ਾਹੀ ਬਣਾ ਰਿਹਾ, ਉਸੇ ਢੰਗ ਨਾਲ ਵੀ ਉਹਨਾਂ ਸਰੂਪਾਂ ਦੇ ਉੱਤੇ ਉਹ ਲਿਖਿਆ ਹੋਇਆ ਹੈ ਵੀ ਇਸ ਤਰ੍ਹਾਂ ਕਰਕੇ ਜਿਹੜੀਆਂ ਚੀਜ਼ਾਂ ਪੈਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ। ਔਰ ਜੇਕਰ ਗੱਲ ਕੀਤੀ ਜਾਵੇ ਤੁਹਾਡੀ ਇਨਕਮ ਸੋਰਸ ਦੀ, ਤਾਂ ਉਹ ਕਿੱਥੋਂ ਆਉਂਦਾ ਹੈ? ਇਹਦਾ ਖਰਚਾ ਤੁਸੀਂ ਕਿਵੇਂ ਕੱਢਦੇ ਹੋ ਸਾਰਾ? ਅੱਜ ਵੀ ਇਹੋ ਜਿਹਾ ਸਿੱਖ ਸੰਗਤ ਦੇ ਵਿੱਚ ਚਾਅ ਗੁਰੂ ਸਾਹਿਬ ਦੀ ਸੇਵਾ ਦੇ ਪ੍ਰਤੀ ਵੀ ਉਹ ਆਪਣਾ ਸੀਸ ਤੱਕ ਗੁਰੂ ਸਾਹਿਬ ਤੇ ਬਲਿਦਾਨ ਕਰ ਦੇਣ। ਮਾਇਆ ਦੀ, ਸੋਨੇ ਚਾਂਦੀ ਦੀ ਤਾਂ ਵੱਖਰੀ ਗੱਲ ਹੈ। ਕਰਤਾ ਪੁਰਖ ਦਾ ਭਾਵ ਵੀ ਸੰਸਾਰ ਦੇ ਵਿੱਚ ਹੋਣ ਵਾਲੇ ਕਾਰਜ ਸਾਰੇ ਕਰਤਾ ਆਪ ਕਰਦਾ। ਬਾਣੀ ਪੜ੍ਹਦੇ ਵੀ ਹੋ ਤੁਸੀਂ, ਤਾਂ ਫਿਰ ਜਦੋਂ ਲਿਖਣਾ ਹੁੰਦਾ ਹੈ ਬਾਣੀ ਦੇ ਜਿਹੜੇ ਸ਼ਬਦ ਨੇ, ਤੁਸੀਂ ਲੜੀਵਾਰ ਲਿਖਦੇ ਹੋ। ਗੁਰਮੁਖੀ ਲਿਖਣਾ ਕੋਈ ਸੌਖਾ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਲਿਖਦੇ ਹੋ। ਕੱਚੀ ਲਿਖ ਕੇ ਪਹਿਲਾਂ ਪੈਨਸਲ ਨਾਲ, ਆਪ ਜੀ ਨੇ ਵੇਖਿਆ ਵੀ ਪੈਨਸਲ ਨਾਲ ਲਿਖ ਕੇ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਪੜ੍ਹਨਾ ਪੈਂਦਾ ਵੀ ਸਾਡੀ ਕੋਈ ਔਂਕੜ ਦਲੈਂਕੜ, ਕੋਈ ਕੰਨਾ, ਕੋਈ ਪਿਆਰੀ ਸ਼ਾਇਰੀ, ਕੋਈ ਆਸੇ ਪਾਸੇ ਨਾ ਰਹਿ ਜਾਵੇ, ਕਿ ਗਲਤੀ ਦੀ ਗੁੰਜਾਇਸ਼ ਨਾ ਰਵੇ ਤਾਂ ਚੰਗੀ ਗੱਲ ਹੈ। ਹਾਲੇ ਤੱਕ ਤਾਂ ਸਤਿਗੁਰੂ ਨੇ ਕਿਰਪਾ ਕੀਤੀ ਨੇ, 300 ਅੰਗ ਹੋਏ ਨੇ, ਤੇ 300 ਅੰਗਾਂ ਦੇ ਵਿੱਚ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਮਿਸਟੇਕ ਨਹੀਂ ਹੋਈ ਹਾਲੇ ਤੱਕ। ਤੁਸੀਂ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਹੋ। ਪਹਿਲਾਂ ਕਟਿੰਗ ਸੀ, ਕੰਨਾਂ 'ਚ ਮੁੰਦਰਾਂ ਪਾਈਆਂ ਹੋਈਆਂ ਸੀ ਤੁਹਾਡੇ। ਸਭ ਤੋਂ ਪਹਿਲਾਂ ਕਿ ਸਿੱਖੀ ਸਰੂਪ ਦੇ ਵੱਲ ਕਿਵੇਂ ਆਉਣਾ ਹੁੰਦਾ ਹੈ? ਕਦੇ ਕਦੇ ਜਦੋਂ ਖਿਆਲ ਛੋਟੇ ਸੀ, ਉਮਰ ਛੋਟੀ ਸੀ, ਉਦੋਂ ਮਨ ਦੇ ਵਿੱਚ ਇਹ ਖਿਆਲ ਆਉਣਾ ਵੀ ਛੋਟੇ ਸਾਹਿਬਜ਼ਾਦੇ ਮੇਰੀ ਉਮਰ ਦੇ ਹੋਣਗੇ ਜਿਨ੍ਹਾਂ ਨੂੰ ਸ਼ਹੀਦ ਕੀਤਾ। ਵੀ ਸਿੱਖੀ ਦੇ ਵਿੱਚ ਹੈ ਕੀ ਇਹੋ ਜਿਹਾ ਜਿਹੜੇ ਉਹ ਸਾਰਾ ਕੁਝ ਕੁਰਬਾਨ ਕਰ ਗਏ। ਮਨ ਨੂੰ ਅਭਿਲਾਸ਼ਾ ਹੋਣੀ ਵੀ ਜਾਣੀਏ ਕੀ ਹੈ। ਦਾਦੇ ਸਤਿਗੁਰੂ ਸੱਚੇ ਪਾਤਸ਼ਾਹ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਤੇ ਜਦੋਂ ਸਿੱਖੀ ਨੂੰ ਮੇਰੇ ਮਨ ਨੇ ਛੋਹਿਆ ਹੈ ਤਾਂ ਫਿਰ ਪਤਾ ਲੱਗਿਆ ਵੀ ਇਹਦੇ ਵਰਗਾ ਇਸ਼ਕ, ਇਹਦੇ ਵਰਗਾ ਇਲਮ ਕਿਤੇ ਨਹੀਂ। ਜੋ ਗੁਰੂ ਕਲਗੀਧਰ ਪਿਤਾ ਧਰਮ ਵਾਸਤੇ, ਇਨਸਾਨੀਅਤ ਵਾਸਤੇ, ਸਾਰੀ ਕੁੱਲ ਕਾਇਨਾਤ ਵਾਸਤੇ ਕਰਕੇ ਗਏ ਨੇ, ਹੋਰ ਕੋਈ ਰਹਿਬਰ ਨਹੀਂ ਕਰ ਸਕਦਾ। ਹਾਂ, ਵੱਖਰੀ ਗੱਲ ਨੇ, ਸਾਰੇ ਸਤਿਕਾਰਯੋਗ ਨੇ, ਵੱਖਰੇ ਵੱਖਰੇ ਧਰਮਾਂ ਦੇ ਸਾਰੇ ਨੇ, ਪਰ ਧੰਨ ਗੁਰੂ ਕਲਗੀਧਰ ਪਿਤਾ ਵਾਸਤੇ ਕੋਈ ਜਿਹੜੇ ਨੀਵੇਂ ਸਨ ਉਹਨਾਂ ਨੂੰ ਬਰਾਬਰ ਨਹੀਂ ਵੇਖਦਾ। आज्ञा पई अकाल की, तबे चलायो पंथ, सब सिखन को हुक्म है, गुरु मान्यो ग्रंथ। गुरु फतेह दी सांझ पाने आ। वाहिगुरू जी का खालसा, वाहिगुरू जी की फतेह। दसम पातशाह साहिब श्री गुरु गोबिंद सिंह महाराज जी सानू शब्द गुरु जुगो जुग अटल साहिब श्री गुरु ग्रंथ साहिब जी दे लड़ ला के गए ने। बहुत सारिया सिख संगतां बड़े अदब सत्कार दे नाल नित दिन गुरु घर आउंदियां ने, शरधा दे नाल सीस नवाउंदियां ने, ते अगों गुरु साहब भी खुशियां दे नाल झोली भर के दिंदे ने। असीं नित दिन उस शब्द गुरु दे अगे मत्था टेकदे आं, अरदास करदे आं, पर कदे किस दे मन च ख्याल आउंदा है कि अज असीं जदों भी दर्शन करदे आं गुरु साहब दे, तां सानूं हत्थ लिखत गुरु ग्रंथ साहब दे दर्शन करन दा मौका मिलदा है, लड़ीवार गुरु ग्रंथ साहब दे दर्शन करन दा मौका मिलदा है, पदशेद गुरु ग्रंथ साहब दे दर्शन करन दा मौका मिलदा है। ते कई बार इदां हुंदा कि असीं हुण जिहड़ा अज दे गुरु घरां दे विच प्रिंटिंग वाले छपाई इलैक्ट्रॉनिक प्रिंटिंग वाले जिहड़े गुरु ग्रंथ साहब दी जिहड़ी छपाई हुंदी है, उहनां दे दर्शन करन दा मौका मिलदा है। पर इहदे पिछे
ਜਦੋਂ ਹੱਥ ਲਿਖਤ ਛਪਾਈ ਹੁੰਦੀ ਹੈ, ਲਿਖਾਈ ਹੁੰਦੀ ਹੈ, ਕਿੰਨੀ ਮਿਹਨਤ ਲੱਗਦੀ, ਕਿੰਨੀ ਘਾਲਣਾ ਘਾਲਣੀ ਪੈਂਦੀ ਹੈ, ਇਹ ਬਹੁਤ ਘੱਟ ਲੋਕ ਜਾਣਦੇ ਹੋਣਗੇ। ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਲਿਖਣਾ ਹੁੰਦਾ, ਉਹਨਾਂ ਦੇ ਅੰਗਾਂ ਦੀ ਲਿਖਾਈ ਹੁੰਦੀ ਹੈ, ਤਾਂ ਉਸ ਦੌਰਾਨ ਕਿਹੜੀ ਸਿਆਹੀ ਵਰਤੀ ਜਾਂਦੀ ਹੈ, ਲਿਖਣ ਦਾ ਸਮਾਂ ਕਿੰਨਾ ਲੱਗਦਾ ਹੈ, ਕਿੰਨਾ ਖਰਚਾ ਆਉਂਦਾ ਹੈ, ਇਹ ਬੜੇ ਸਵਾਲ ਨੇ ਸਾਡੇ ਦਰਸ਼ਕਾਂ ਦੇ ਮਨ ਵਿੱਚ। ਅੱਜ ਸਾਰੇ ਜਵਾਬ ਦੇਵਾਂਗੇ। ਸਾਡੇ ਨਾਲ ਭਾਈ ਮਨਕੀਰਤ ਸਿੰਘ ਖਾਲਸਾ ਜੀ ਮੌਜੂਦ ਨੇ, ਪਿੰਡ ਭਗਤਾ ਭਾਈ ਤੋਂ ਸਾਡੇ ਨਾਲ ਨੇ। ਅੱਜ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਆ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਗੁਰੂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾ ਸਵਾਲ ਕਿ ਬੜੇ ਦਰਸ਼ਕਾਂ ਦੇ, ਸਿੱਖ ਸੰਗਤਾਂ ਦੇ ਮਨਾਂ 'ਚ ਸਵਾਲ ਹੁੰਦਾ ਹੈ ਕਿ ਅਸੀਂ ਨਿੱਤ ਦਿਨ ਗੁਰੂ ਦੇ ਅੱਗੇ ਮੱਥਾ ਟੇਕਦੇ ਹਾਂ, ਪਰ ਜਦੋਂ ਇਹਨਾਂ ਨੂੰ ਜਦੋਂ ਅਸੀਂ ਲਿਖਦੇ ਹਾਂ ਤਾਂ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ। ਬੜੀਆਂ ਸਿਆਹੀ ਦੀ ਵਰਤੋਂ, ਪੰਨੇ ਦੀ ਵਰਤੋਂ, ਹਰ ਇੱਕ ਚੀਜ਼ ਦੀ ਜਿਹੜੀਆਂ ਬਰੀਕੀ ਨਾਲ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਸੇਵਾ ਗੁਰੂ ਸਾਹਿਬ ਤੁਹਾਡੇ ਤੋਂ ਲੈ ਰਹੇ ਨੇ, ਤੇ ਮੈਂ ਸਭ ਤੋਂ ਪਹਿਲਾਂ ਸਵਾਲ ਇਹ ਕਰਾਂਗੀ, ਇਹ ਸੇਵਾ ਕਰਨ ਦਾ ਸੁਭਾਗ ਕਿਵੇਂ ਪ੍ਰਾਪਤ ਹੁੰਦਾ ਤੁਹਾਨੂੰ? ਪਹਿਲੀ ਗੱਲ ਤਾਂ ਭੈਣ ਜੀ ਦੇਖੋ ਵੀ ਸਮਾਂ ਤਾਂ ਜੋ ਲੱਗਦਾ ਹੀ ਲੱਗਦਾ ਹੈ, ਜਿਹੜੀਆਂ ਵਸਤੂਆਂ ਲੱਗਦੀਆਂ ਨੇ ਜਾਂ ਕੋਈ ਖਰਚਾ ਆਉਂਦਾ ਹੈ, ਉਹ ਵੱਖਰੀ ਗੱਲ ਹੈ। ਸਭ ਤੋਂ ਵੱਡੀ ਗੱਲ ਹੈ ਸ਼ਰਧਾ ਦੀ, ਜੋ ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰ ਪ੍ਰਸਾਦ ਤੋਂ ਬਿਨਾਂ ਨਹੀਂ ਉਪਜ ਸਕਦੀ। ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਦਾਸਰੇ ਨੂੰ ਇਹ ਵੱਡੀ ਦਾਤ ਦਿੱਤੀ ਹੈ, ਲਿਖਣ ਵਾਲਾ ਬਣਾਇਆ ਹੈ। ਉਹਨਾਂ ਦੀ ਵਡਿਆਈ ਲਿਖ ਰਿਹਾ, ਉਹ ਵੀ ਉਹਨਾਂ ਦੀ ਵਡਿਆਈ, ਲਿਖਵਾ ਰਹੇ ਨੇ, ਉਹ ਵੀ ਉਹਨਾਂ ਦੀ ਵਡਿਆਈ, ਤੇ ਅੱਗੇ ਲਿਖਵਾਉਣਗੇ ਜਾਂ ਨਹੀਂ ਲਿਖਵਾਉਣਗੇ, ਉਹ ਵੀ ਉਹਨਾਂ ਦੀ ਕਿਰਪਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਹਨਤ ਬਹੁਤੀ, ਆਪਾਂ ਕਹਿ ਦਈਏ ਮਿਹਨਤ ਤਾਂ ਸਾਰਾ ਜਗਤ ਕਰਦਾ ਹੈ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ, ਢਿੱਡ ਨੂੰ ਆਪਦੇ ਨੂੰ ਪੂਰਤੀ ਕਰਨ ਵਾਸਤੇ, ਪਰ ਜੋ ਗੁਰੂ ਦੀ ਕਿਰਪਾ ਸਦਕਾ ਸ਼ਰਧਾ ਦੀ ਗੱਲ ਆਉਂਦੀ ਹੈ, ਉੱਥੇ ਜਾ ਕੇ ਅਸੀਂ ਕਮਜ਼ੋਰ ਹੋ ਜਾਂਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਨਾ, ਜਦੋਂ ਇੱਕ ਸਿੱਖ ਲਿਖਦਾ ਹੈ, ਆਮ ਆਪਾਂ ਯੂਨੀਵਰਸਿਟੀਆਂ ਦੇ ਵਿੱਚ ਦੇਖਦੇ ਹਾਂ ਵੀ ਪ੍ਰੋਫੈਸਰ ਜਿਹੜੇ ਨੇ, ਬਹੁਤ ਸਿਆਣੇ ਜਿਹੜੇ ਸੂਝਵਾਨ ਪ੍ਰੋਫੈਸਰ ਨੇ, ਉਹ ਇਹ ਗੱਲ ਕਹਿੰਦੇ ਨੇ, ਜਿੰਨਾ ਤੁਸੀਂ ਲਿਖ ਕੇ ਪੜ੍ਹੋਗੇ ਉਹਨਾਂ ਤੁਹਾਡੇ ਅੰਦਰ ਕਰ ਕਰੇਗਾ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਇਹ ਦਾਤ ਸਿੱਖਾਂ ਨੂੰ ਬਖਸ਼ੀ ਹੈ ਵੀ ਤੁਸੀਂ ਨਿਰੰਕਾਰ ਤੋਂ ਆਈ ਹੋਈ ਬਾਣੀ, ਆਪ ਨਿਰੰਕਾਰ, ਖੁਦ ਨਿਰੰਕਾਰ ਦੀ ਬੋਲੀ, ਖੁਦ ਨਿਰੰਕਾਰ ਦਾ ਰੂਪ ਤੁਸੀਂ ਆਪ ਆਪਣੇ ਹੱਥੀਂ ਲਿਖ ਸਕਦੇ ਹੋ। ਤੇ ਦਾਤੇ ਨੇ ਇਹ ਰਹਿਮਤ ਕੀਤੀ ਹੈ, ਅੱਖਾਂ ਵਿੱਚ ਦੀ ਹੁੰਦੀ ਹੋਈ ਬੁੱਧੀ ਵਿੱਚ, ਜੇਵਾ ਉੱਤੇ, ਉਂਗਲਾਂ ਵਿੱਚ ਦੀ ਆ ਕੇ ਤੇ ਸ਼ਾਹੀ ਤੇ ਕਲਮ ਦੇ ਰਾਹੀਂ ਇੱਕ ਅੰਗ ਦੇ ਉੱਤੇ ਉਤਰ ਜਾਂਦੀ ਹੈ। ਤੇ ਇਹ ਸਾਰੇ ਦੀ ਸਾਰੀ ਬਾਣੀ ਇੱਕ ਸਿੱਖ ਦੇ ਰੂਹ ਕੰਡੇ ਨੂੰ ਛੂੰਹਦੀ ਆਉਂਦੀ ਹੈ। ਉਸ ਵੇਲੇ ਦੀ ਭਾਵਨਾ, ਉਸ ਵੇਲੇ ਦੀ ਜਿਹੜੀ ਸ਼ਰਧਾ ਜਾਂ ਕਹਿ ਦਈਏ ਪ੍ਰੇਮ ਹੈ, ਉਸ ਵੇਲੇ ਇਉਂ ਲੱਗਦਾ ਹੁੰਦਾ ਵੀ ਵਾਰ-ਵਾਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਇੱਕ ਆਪਣੇ ਸਿੱਖ ਨੂੰ ਪਲੋਸ ਰਹੇ ਨੇ, ਇੱਦਾਂ ਹੱਥ ਫੇਰ ਰਹੇ ਨੇ। ਉਹ ਮੈਂ ਕਿਸੇ ਨੂੰ ਦਰਸਾ ਨਹੀਂ ਸਕਦਾ ਵੀ ਉਹ ਮੈਨੂੰ ਕਿੱਦਾਂ ਭਾਵ ਹੁੰਦਾ। ਬਾਣੀ ਨੂੰ ਵੇਖਣ ਸਾਰ ਇੱਦਾਂ ਹੁੰਦਾ ਵੀ ਸੱਚੇ ਪਾਤਸ਼ਾਹ ਜਿਹੜਾ ਇਨਸਾਨ ਇਸ ਸੰਸਾਰ ਦੇ ਵਿੱਚ ਰਹਿਣ ਦੇ ਲਾਇਕ ਵੀ ਨਹੀਂ ਸੀ, ਉਸ ਨੂੰ ਤੂੰ ਨਿਰੰਕਾਰ ਦੇ ਨਾਲ ਜੋੜਿਆ। ਇਹ ਸਭ ਤੋਂ ਵੱਡੀ ਕਿਰਪਾ ਉਹਦੀ ਹੈ। ਖਰਚੇ ਦੀ, ਮਿਹਨਤ ਦੀ ਇਹ ਗੱਲਾਂ ਵੱਖਰੀਆਂ ਨੇ, ਪਰ ਜਿਹੜੀ ਰੂਹ ਦੀ ਕਮਾਈ, ਰੂਹ ਦੀ ਮਿਹਨਤ, ਰੂਹ ਦੀ ਮਸ਼ੱਕਤ ਲੱਗਦੀ ਹੈ, ਉਹ ਸੱਚਖੰਡ ਤੱਕ ਪ੍ਰਵਾਨ ਹੁੰਦੀ ਹੈ। ਬਿਲਕੁਲ। ਮੈਂ ਇਹ ਵੀ ਜਾਣਨਾ ਚਾਹਾਂਗੀ, ਤੁਸੀਂ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਹੋ, ਪਹਿਲਾਂ ਕਟਿੰਗ ਸੀ, ਕੰਨਾਂ 'ਚ ਮੁੰਦਰਾਂ ਪਾਈਆਂ ਹੋਈਆਂ ਸੀ ਤੁਹਾਡੇ, ਔਰ ਉਸ ਤੋਂ ਬਾਅਦ ਸਿੱਖੀ ਸਰੂਪ ਦੇ ਵੱਲ ਅੰਮ੍ਰਿਤਧਾਰੀ ਤੁਸੀਂ ਬਣ ਗਏ ਹੋ। ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ, ਅੱਜ ਤੁਸੀਂ ਬਹੁਤ ਵੱਡਾ ਕਾਰਜ ਕਰ ਰਹੇ ਹੋ। ਇਹ ਕਾਰਜ ਭਾਈ ਗੁਰਦਾਸ ਹੋਰਾਂ ਦੇ ਹਿੱਸੇ ਆਇਆ ਸੀ, ਭਾਈ ਮਨੀ ਸਿੰਘ ਹੋਰਾਂ ਦੇ ਹਿੱਸੇ ਆਇਆ ਸੀ। ਬੜਾ ਵੱਡਾ ਕਾਰਜ ਹੈ ਇਹ ਵਾਲਾ ਜਿਹੜਾ ਤੁਸੀਂ ਇਸ ਵੇਲੇ ਕਰ ਰਹੇ ਹੋ, ਹੈ ਨਾ। ਸਭ ਤੋਂ ਪਹਿਲਾਂ ਕਿ ਸਿੱਖੀ ਸਰੂਪ ਦੇ ਵੱਲ ਕਿਵੇਂ ਆਉਣਾ ਹੁੰਦਾ ਹੈ? ਪਹਿਲੀ ਗੱਲ ਤਾਂ ਭੈਣ ਜੀ ਦੇਖੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਰਹਿਮਤ ਸਦਕਾ ਇਹ ਕਿਰਪਾ ਵਰਤ ਰਹੀ ਹੈ। ਨਹੀਂ, ਮੈਂ ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ ਜਾਂ ਜੋ ਵੀ ਗੁਰਸਿੱਖ ਹੋਏ ਨੇ, ਉਹਨਾਂ ਦੇ ਬਰਾਬਰ ਮੈਂ ਕਦੇ ਵੀ ਨਹੀਂ ਹੋ ਸਕਦਾ।
ਚਲੋ ਸੰਗਤ ਤੋਲਦੀ ਆ, ਵੱਖਰੀ ਗੱਲ ਹੈ, ਉਹਨਾਂ ਦੀ ਰਹਿਮਤ ਹੈ। ਪਰ ਇੱਕ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਇਆ ਹੈ। ਇਹ ਚਲੋ ਦਾਤੇ ਦੀ ਕਿਰਪਾ ਸੀ, ਜਿੱਥੇ ਪੈਦਾ ਕਰਨਾ ਸੀ ਉਹਨੇ ਪੈਦਾ ਕਰ ਦਿੱਤਾ। ਫਿਰ ਬਾਅਦ ਵਿੱਚ ਉਸ ਸੱਚੇ ਪਾਤਸ਼ਾਹ ਨੇ ਸਿੱਖੀ ਦੀ ਲਾਗ ਲਾਈ। ਕਦੇ ਕਦੇ ਜਦੋਂ ਖਿਆਲ ਛੋਟੇ ਸੀ, ਉਮਰ ਛੋਟੀ ਸੀ, ਉਦੋਂ ਮਨ ਦੇ ਵਿੱਚ ਇਹ ਖਿਆਲ ਆਉਣਾ ਵੀ ਛੋਟੇ ਸਾਹਿਬਜ਼ਾਦੇ ਮੇਰੀ ਉਮਰ ਦੇ ਹੋਣਗੇ ਜਿਨ੍ਹਾਂ ਨੂੰ ਸ਼ਹੀਦ ਕੀਤਾ। ਵੀ ਸਿੱਖੀ ਦੇ ਵਿੱਚ ਹੈ ਕੀ ਇਹੋ ਜਿਹਾ ਜਿਹੜੇ ਉਹ ਸਾਰਾ ਕੁਝ ਕੁਰਬਾਨ ਕਰ ਗਏ। ਮਨ ਨੂੰ ਅਭਿਲਾਸ਼ਾ ਹੋਣੀ ਵੀ ਜਾਣੀਏ ਕੀ ਹੈ। ਦਾਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਜਦੋਂ ਸਿੱਖੀ ਨੂੰ ਮੇਰੇ ਮਨ ਨੇ ਛੋਹਿਆ ਹੈ ਤਾਂ ਫਿਰ ਪਤਾ ਲੱਗਿਆ ਵੀ ਇਹਦੇ ਵਰਗਾ ਇਸ਼ਕ, ਇਹਦੇ ਵਰਗਾ ਇਲਮ ਕਿਤੇ ਨਹੀਂ। ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹ ਕੇ ਹਿਰਦੇ ਨੂੰ ਸਕੂਨ ਮਿਲਦਾ ਹੈ, ਉਹ ਕਿਤੇ ਨਹੀਂ। ਜੋ ਗੁਰੂ ਕਲਗੀਧਰ ਪਿਤਾ ਧਰਮ ਵਾਸਤੇ, ਇਨਸਾਨੀਅਤ ਵਾਸਤੇ, ਸਾਰੀ ਕੁੱਲ ਕਾਇਨਾਤ ਵਾਸਤੇ ਕਰਕੇ ਗਏ ਨੇ, ਹੋਰ ਕੋਈ ਰਹਿਬਰ ਨਹੀਂ ਕਰ ਸਕਦਾ। ਹਾਂ, ਵੱਖਰੀ ਗੱਲ ਨੇ, ਸਾਰੇ ਸਤਿਕਾਰਯੋਗ ਨੇ, ਵੱਖਰੇ ਵੱਖਰੇ ਧਰਮਾਂ ਦੇ ਸਾਰੇ ਨੇ, ਪਰ ਧੰਨ ਗੁਰੂ ਕਲਗੀਧਰ ਪਿਤਾ ਵਾਸਤੇ ਕੋਈ ਜਿਹੜੇ ਨੀਵੇਂ ਸਨ ਉਹਨਾਂ ਨੂੰ ਬਰਾਬਰ ਨਹੀਂ ਵੇਖਦਾ, ਤੇ ਜਿਹੜੇ ਆਪਣੇ ਆਪ ਨੂੰ ਕਮਜ਼ੋਰ ਸਮਝਦੇ ਸਨ ਉਹਨਾਂ ਨੂੰ ਬਲੀ ਤੇ ਯੋਧੇ ਨਹੀਂ ਬਣਾ ਸਕਦਾ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਅੱਜ 11ਵੇਂ ਗੁਰੂ, ਸ਼ਬਦ ਗੁਰੂ ਸਾਡੇ ਤੇ ਉਹੀ ਰਹਿਮਤ ਬਰਸਾ ਰਹੇ ਨੇ ਜੋ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸੀ। ਬਸ ਭਾਵਨਾ ਸਾਡੀ ਇਹ ਹੈ, ਅਸੀਂ ਇਸ ਵਕਤ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਿਰਫ ਬਾਣੀ ਕਰਕੇ ਸਮਝਿਆ ਹੈ। ਤੁਸੀਂ ਇਹ ਸ਼ਬਦ ਪੜ੍ਹਿਆ ਸੀ, ਪ੍ਰਗਟ ਗੁਰਾਂ ਕੀਤੇ, ਵੀ ਇਹ ਗੁਰੂ ਦੀ ਦੇਹ ਹੈ। ਇਸ ਨੂੰ ਅਸੀਂ ਜਿੱਦਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਸਮਝ ਲਿਆ ਹੈ ਵੀ ਇਹ 11ਵੇਂ ਗੁਰੂ ਨੇ ਇਹ ਉਪਦੇਸ਼ ਦਿੰਦੇ ਨੇ, ਉਦੋਂ ਸਾਡੇ ਜੀਵਨ ਦਾ ਤੇ ਸਾਡੀ ਸਿੱਖੀ ਦਾ ਸਿਧਾਂਤ, ਸਾਡੇ ਜੀਵਨ ਦਾ ਢੰਗ, ਸਾਡੇ ਜੀਣ ਦਾ ਢੰਗ, ਬੋਲਣ ਦਾ ਢੰਗ, ਸਭ ਕੁਝ ਬਦਲ ਜਾਣਾ ਹੈ। ਜਿਸ ਦਿਨ ਸਾਨੂੰ ਇਹ ਪਤਾ ਲੱਗ ਗਿਆ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਨੇ, ਉਹ ਵੇਖਦੇ ਪਏ ਨੇ, ਉਦੋਂ ਮਨ ਨੇ ਕਰਮ ਵੀ ਮਾੜੇ ਨਹੀਂ ਕਰਨੇ। ਕਿਉਂਕਿ ਅਸੀਂ ਸੰਸਾਰ ਦੇ ਕੀਤੇ ਹੋਏ ਕੰਮ ਸੰਸਾਰ ਤੋਂ ਲੁਕੋ ਸਕਦੇ ਹਾਂ, ਜਿਹੜਾ ਹਿਰਦੇ ਦੇ ਵਿੱਚ ਬੈਠਾ ਨਿਰੰਕਾਰ ਉਹ ਤੋਂ ਨਹੀਂ ਲੁਕੋ ਸਕਦੇ। ਅੰਮ੍ਰਿਤ ਕਦੋਂ ਛਕਿਆ ਸੀ ਤੁਸੀਂ? ਅੰਮ੍ਰਿਤ ਭੈਣ ਜੀ 2014 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ। ਸੰਤ ਬਾਬਾ ਹਰਨਾਮ ਸਿੰਘ ਜੀ ਖੇੜਾ ਸਾਹਿਬ ਵਾਲੇ, ਜਿਨ੍ਹਾਂ ਦੀ ਸੇਕਨਾਈਆਂ ਕਿਤਾਬ ਹੈ, ਉਹਨਾਂ ਦੇ ਸਥਾਨ ਤੇ ਤੋਂ ਛਕਿਆ। ਗੁਰੂ ਸਾਹਿਬ ਦੀ ਬੀੜ ਦਾ ਉਤਾਰਾ ਕਰ ਰਹੇ ਹੋ ਇਸ ਵੇਲੇ, ਤੇ ਕਿੰਨੀ ਦੇਰ ਹੋ ਗਈ ਆ ਕਰਦਿਆਂ ਨੂੰ? ਕਰੀਬ 2 ਸਾਲ ਹੋ ਗਏ ਨੇ। ਗੁਰਪੁਰਬ ਕੱਲ੍ਹ ਨੂੰ ਹੈ, ਪਿਛਲੇ ਗੁਰਪੁਰਬ 550 ਸਾਲਾਂ ਦੇ ਉੱਤੇ ਆਰੰਭ ਕੀਤਾ ਸੀ, ਗੁਰੂ ਸਾਹਿਬ ਨੇ ਕਰਵਾਇਆ ਸੀ। ਤੇ ਹੁਣ ਚਲੋ ਅੱਗੇ ਦਾਤੇ ਨੂੰ, ਸਤਿਗੁਰੂ ਨੂੰ, ਸੱਚੇ ਪਾਤਸ਼ਾਹ ਨੂੰ ਪਤਾ ਹੈ ਵੀ ਉਹਨੇ ਸਵਾਸ ਬਖਸ਼ੇ ਹਨ ਕਿ ਨਹੀਂ ਬਖਸ਼ੇ, ਕਿਉਂਕਿ ਹਮ ਆਦਮੀ ਹਾਂ ਇੱਕਦਮ ਹੀ ਮੋਹਲਤ ਮੋਹਤ ਨਾ ਜਾਣਾ। ਮੋਹਲਤ ਇੱਕ ਪਲ ਦੀ ਨਹੀਂ। ਜੇ ਦਾਤੇ ਨੇ ਇਹ ਨਹੀਂ ਪਤਾ ਹੈ ਵੀ ਸ਼ੁਰੂ ਮੈਂ ਕੀਤਾ, ਆਰੰਭਤਾ ਮੈਂ ਕੀਤੀ ਹੈ, ਸੰਪੂਰਨਤਾ ਕੋਈ ਹੋਰ ਕਰੇ, ਇਹ ਸੱਚੇ ਪਾਤਸ਼ਾਹ ਦੀ ਖੇਡ ਹੈ। ਬਾਕੀ ਰਹਿਮਤ ਉਹਦੀ, ਜੋ ਕਰਵਾਉਣਗੇ, ਜੋ ਕਰਨਗੇ, ਉਸ ਦਾ ਤਾਂ ਆਪ ਕਿਰਪਾ ਕਰੇਗਾ। ਬਿਲਕੁਲ। ਤੁਸੀਂ ਸੰਥਿਆ ਵੀ ਲਈ ਸੀ, ਇਹਦੀ ਮਨਜ਼ੂਰੀ ਵੀ ਲਈ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਕਹਿੰਦੇ ਕਿ ਜੇ ਅਸੀਂ ਕੁਛ ਕਰਨਾ ਆ ਤਾਂ ਉਹਦੇ ਪਹਿਲਾਂ ਆਪਣੇ 'ਤੇ ਅਪਲਾਈ ਕਰਨਾ ਜ਼ਰੂਰੀ ਹੈ ਨਾ। ਤਾਂ ਅਸੀਂ ਇਹਦੀ ਸੰਥਿਆ ਵੀ ਲਈ, ਕੋਈ ਬਾਣੀ ਪੜ੍ਹਦੇ ਵੀ ਹੋ ਤੁਸੀਂ, ਤਾਂ ਫਿਰ ਜਦੋਂ ਲਿਖਣਾ ਹੁੰਦਾ ਹੈ ਬਾਣੀ ਦੇ ਜਿਹੜੇ ਸ਼ਬਦ ਨੇ, ਤੁਸੀਂ ਲੜੀਵਾਰ ਲਿਖਦੇ ਹੋ। ਗੁਰਮੁਖੀ ਲਿਖਣਾ ਕੋਈ ਸੌਖਾ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਲਿਖਦੇ ਹੋ। ਹਾਂਜੀ ਹਾਂਜੀ, ਇਹ ਪਹਿਲਾਂ ਮੈਂ ਸੰਥਿਆ ਵੀ ਲਈ ਹੈ, ਤੇ ਫਿਰ ਕੀਰਤਨ ਦੇ ਅਭਿਆਸ ਦੇ ਵਿੱਚ ਸਾਨੂੰ ਸ਼ਬਦ ਉਹ ਅਭਿਆਸ ਹੋ ਹੀ ਜਾਂਦਾ ਰਹਿੰਦਾ ਵੀ ਚਲੋ ਰੋਜ਼ ਨਿਤਾਵਰਤੀ ਪੜ੍ਹਦੇ ਹਾਂ। ਉੱਦਾਂ ਵੀ ਫਿਰ ਜਿੱਦਾਂ ਕੱਚੀ ਲਿਖ ਕੇ ਪਹਿਲਾਂ ਪੈਨਸਲ ਨਾਲ, ਆਪ ਜੀ ਨੇ ਵੇਖਿਆ ਵੀ ਪੈਨਸਲ ਨਾਲ ਲਿਖ ਕੇ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਪੜ੍ਹਨਾ ਪੈਂਦਾ ਹੈ ਵੀ ਸਾਡੀ ਕੋਈ ਔਂਕੜ ਦਲੈਂਕੜ, ਕੋਈ ਕੰਨਾ, ਕੋਈ ਵਿਆਰੀ ਸ਼ਾਇਰੀ, ਕੋਈ ਆਸੇ ਪਾਸੇ ਨਾ ਰਹਿ ਜਾਵੇ, ਕਿ ਗਲਤੀ ਦੀ ਗੁੰਜਾਇਸ਼ ਨਾ ਰਵੇ ਤਾਂ ਚੰਗੀ ਗੱਲ ਹੈ। ਹਾਲੇ ਤੱਕ ਤਾਂ ਸਤਿਗੁਰੂ ਨੇ ਕਿਰਪਾ ਕੀਤੀ ਨੇ, 300 ਅੰਗ ਹੋਏ ਨੇ, ਤੇ 300 ਅੰਗਾਂ ਦੇ ਵਿੱਚ ਕੋਈ ਮਤਲਬ
ਕਿਸੇ ਤਰ੍ਹਾਂ ਦੀ ਕੋਈ ਮਿਸਟੇਕ ਨਹੀਂ ਹੋਈ ਹਾਲੇ ਤੱਕ। ਬਿਲਕੁਲ। ਜਿਸ ਅੰਗ ਤੇ ਆਪਾਂ ਬਾਣੀ ਲਿਖਦੇ ਹਾਂ, ਪੰਨਾ ਜਿਹਨੂੰ ਕਹਿ ਲਈਏ, ਕਾਗਜ਼ ਕਹਿ ਲਈਏ, ਉਹ ਕਾਗਜ਼ ਕਾਹਦਾ ਬਣਿਆ ਹੁੰਦਾ, ਕਿਹੜਾ ਕਾਗਜ਼ ਹੈ ਉਹ? ਉਹ ਜੈਪੁਰ ਤੋਂ ਮਿਲਦਾ ਹੈ ਭੈਣ ਜੀ। ਉਹਨਾਂ ਫੇਵਰ ਦਾ ਕਹਿੰਦੇ ਨੇ ਲੱਕੜੀ ਦਾ ਬਣਿਆ ਹੋਇਆ ਹੁੰਦਾ ਹੈ। ਉਹ ਆਪ ਹੈਂਡਮੇਡ ਉਹਨੂੰ ਗ੍ਰਾਈਂਡ ਕਰਦੇ ਨੇ, ਪਹਿਲਾਂ ਚੂਨੇ ਦੇ ਪਾਣੀ ਦੇ ਵਿੱਚ ਉਹਨੂੰ ਫੇਵਰ ਜਿਹਨੂੰ ਧਾਗੇ ਜਿਹੇ ਹੁੰਦੇ ਨੇ, ਰੇਸ਼ੇ ਜਿਹੇ ਹੁੰਦੇ ਨੇ, ਉਹਨਾਂ ਨੂੰ ਭਿਉਂ ਦਿੰਦੇ ਨੇ, 15-20 ਦਿਨ ਭਿਉਂ ਕੇ ਰੱਖਦੇ ਨੇ, ਫਿਰ ਉਹਨੂੰ ਗ੍ਰਾਈਂਡ ਕਰਦੇ ਨੇ, ਪਾਣੀ ਵਿੱਚੋਂ ਕੱਢ ਕੇ ਉਹਨੂੰ ਪੇਪਰ ਨੂੰ ਬਣਾਉਂਦੇ ਨੇ ਫਿਰ। ਅਤੇ ਇਹ ਸਾਰਾ ਹੱਥ ਨਾਲ ਬਣਿਆ ਹੋਇਆ ਹੁੰਦਾ ਹੈ। ਅਤੇ ਇਹਦੀ ਉਮਰ ਆਮ ਕਾਗਜ਼ਾਂ ਨਾਲੋਂ ਬਹੁਤੀ ਹੁੰਦੀ ਹੈ। ਜਿਸ ਤਰ੍ਹਾਂ ਇਹਨੂੰ ਪਾਣੀ ਦੇ ਵਿੱਚ ਅਸੀਂ ਡੁਬੋ ਦਈਏ, ਇਹਨੂੰ ਫਿਰ 15-20 ਦਿਨਾਂ ਬਾਅਦ ਇਹਨੂੰ ਪਾਣੀ ਦੇ ਵਿੱਚੋਂ ਕੱਢਾਂਗੇ, ਸੁਕਾ ਕੇ, ਫਿਰ ਉਸ ਤਰ੍ਹਾਂ ਦਾ ਹੋ ਜਾਣਾ ਹੈ। ਅੱਛਾ ਜੀ। ਹਾਂਜੀ, ਇਹਨੇ ਖਰਾਬ ਨਹੀਂ ਹੋਣਾ। ਜਿਸ ਤਰ੍ਹਾਂ ਉਹ ਦੂਸਰੇ ਭੁਰਨ ਲੱਗ ਜਾਂਦੇ ਨੇ, ਆਪਾਂ ਤੋੜ ਦਈਏ, ਇੱਦਾਂ ਨਹੀਂ ਹੁੰਦਾ। ਇਹ ਸੁਕਾ ਲਈਏ ਫਿਰ ਉਸ ਤਰ੍ਹਾਂ ਦਾ ਹੋ ਜਾਵੇ। ਫਿਰ ਦੂਜੇ ਨੰਬਰ 'ਤੇ ਗੱਲ ਆਉਂਦੀ ਹੈ ਕਲਮ ਔਰ ਸਿਆਹੀ ਦੀ। ਤਾਂ ਕਲਮ ਕਿਹੜੀ ਵਰਤੋਂ ਕਰਦੇ ਹੋ, ਲੱਕੜ ਕਿਹੜੀ ਹੁੰਦੀ ਹੈ, ਲੈ ਕੇ ਕਿੱਥੋਂ ਆਉਂਦੇ ਹੋ ਤੁਸੀਂ? ਉਹ ਭੈਣ ਜੀ ਪਹਿਲਾਂ ਤਾਂ ਮੈਨੂੰ ਮਿਲੀ ਨਹੀਂ ਸੀਗੀ ਬਾਂਸੀ, ਅਤੇ ਉਹ ਮੈਂ ਕਾਨਪੁਰ ਤੋਂ ਮੰਗਵਾਉਂਦਾ ਸੀ। ਭੈਣ ਜੀ ਨੇ, ਰੁਪਿੰਦਰ ਕੌਰ, ਉਹ ਵੀ ਮਤਲਬ ਗੁਰਬਾਣੀ ਉੱਦਾਂ ਲਿਖਦੇ ਨੇ, ਸੇਵਾ ਕਰਦੇ ਨੇ, ਉਹਨਾਂ ਤੋਂ ਮੰਗਵਾਈ। ਉੱਧਰਲੀ ਸਾਈਡ ਤੋਂ ਮਿਲ ਜਾਂਦੀ ਨੇ। ਫਿਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਇਹ ਬਾਂਸੀ ਦਾ ਪੌਦਾ ਹੀ ਮਿਲ ਗਿਆ। ਉਹ ਮੈਂ ਘਰੇ ਲਗਾ ਲਿਆ। ਫਿਰ ਉਹ ਬਾਂਸੀ ਜਿਹੜੀ ਸੁੱਕ ਜਾਂਦੀ ਹੈ, ਉਹਨੂੰ ਫਿਰ ਉਹਦੀਆਂ ਕਲਮਾਂ ਬਣ ਜਾਂਦੀਆਂ ਨੇ, ਅਤੇ ਨਾਲੇ ਚਲੋ ਘਰੇ ਸੋਹਣਾ ਲੱਗਦਾ ਪੌਦਾ। ਫਿਰ ਕਿਸੇ ਨੂੰ ਵਿਖਾਇਆ ਜਾਂਦਾ, ਬੱਚੇ ਸਿੱਖਣ ਵਾਲੇ ਆਉਂਦੇ ਨੇ, ਜੇ ਲਿਖਾਈ ਉਹਨਾਂ ਨੂੰ ਦੱਸਿਆ ਜਾਂਦਾ ਵਿਰਸੇ ਨਾਲ, ਵੀ ਪੁਰਾਣਾ ਵਿਰਸਾ ਇਹ ਸੀ ਸਾਡਾ, ਇਹ ਕਹਾਣੀਆਂ ਸੀ ਸਾਡੇ ਆਮ ਮਿਲ ਜਾਂਦੀਆਂ ਹੁੰਦੀਆਂ ਸੀ। ਬਾਂਸ ਨਾਲ ਨਹੀਂ ਲਿਖਿਆ ਜਾਂਦਾ, ਬਾਂਸ ਧਾਗੇ ਛੱਡ ਜਾਂਦਾ। ਹੋਰ ਚੀਜ਼ਾਂ ਨੇ ਜਿਹੜੀਆਂ, ਜਿਸ ਤਰ੍ਹਾਂ ਜਿਹੜੀਆਂ ਉਹ ਸਟੀਲ ਦੀਆਂ ਅੱਜ ਕੱਲ੍ਹ ਆਉਂਦੀਆਂ ਨੇ, ਨਿੱਬਾਂ ਵਾਲੀਆਂ, ਜਿਹਨਾਂ ਨੂੰ ਡਰੰਕ ਜੇ ਕਹਿ ਦਿੰਦੇ ਆ, ਉਹ ਵੀ ਮਤਲਬ ਵਧੀਆ ਨਹੀਂ ਹੁੰਦੀਆਂ। ਉਹ ਪੇਪਰ ਦੇ ਉੱਤੇ ਲਕੀਰਾਂ ਪਾ ਦਿੰਦੀਆਂ ਨੇ, ਕਈ ਥਾਂ ਤੋਂ ਉੱਤੇ ਪਾੜ ਵੀ ਦਿੰਦੀਆਂ ਨੇ। ਜਿਹੜੀ ਬਾਂਸੀ ਹੈ ਉਹ ਬੜੇ ਪ੍ਰੇਮ ਅਤੇ ਭਾਵਨਾ ਨਾਲ ਚੱਲਦੀ ਹੈ, ਬਹੁਤ ਸੋਹਣੀ ਲਿਖਦੀ ਵੀ ਬਹੁਤ ਸੋਹਣਾ ਹੈ, ਆਪ ਜੀ ਨੇ ਵੇਖਿਆ ਹੀ ਹੈ। ਅਤੇ ਗੁਰੂ ਸਾਹਿਬ ਵੀ ਇਹੀ ਵਰਤਦੇ ਹੁੰਦੇ ਸੀ। ਬਿਲਕੁਲ ਜੀ। ਅਤੇ ਜਿਹੜੀ ਸ਼ਾਹੀ ਹੈ, ਸ਼ਾਹੀ ਦੇ ਵਿੱਚ ਵਸਤੂਆਂ ਜਿਹੜੀਆਂ ਪੈਂਦੀਆਂ ਨੇ, ਕੁਛ ਕੁ ਜਿਵੇਂ ਸੋਨਾ ਹੋ ਗਿਆ, ਇੱਕ ਰੱਤੀ, ਅਤੇ ਲਾਜਵਰਦ। ਮੈਂ ਤੁਹਾਨੂੰ ਕੁਛ ਚੀਜ਼ਾਂ ਦਿਖਾਵਾਂ। ਇਹਨੂੰ ਕਹਿੰਦੇ ਨੇ ਲਾਜਵਰਦ ਜੀ। ਇਹ ਲਾਜਵਰਦ ਇੱਕ ਪੱਥਰ ਹੈ। ਇਹ ਪੱਥਰ ਲਾਜਵਰਦ, ਇਹਨੂੰ ਇੱਕ ਰੱਤੀ ਪਾਉਣਾ ਹੈ ਸੋਨੇ ਜਿੰਨਾ ਹੀ। ਇਹ ਸ਼ਾਹੀ ਨੂੰ ਗਰਮੈਸ਼ ਦੇਣ ਵਾਸਤੇ ਹੁੰਦਾ ਜੀ। ਇੱਕ ਆਹ ਹੁੰਦਾ ਬੋਲ ਜੀ, ਜਿਹਨੂੰ ਗੂੰਦ ਕਹਿੰਦੇ ਨੇ। ਇਹ ਬੂੰਦ ਹੈ, ਗੋਲ ਹੈ, ਬੋਲ ਹੈ। ਮੁਰਮੱਕੀ, ਹੀਰਾ ਬੋਲ, ਬੋਲ ਕੱਲਾ, ਇਹਦੇ 3 ਨਾਂ ਨੇ, ਮੁਰਮੱਕੀ, ਹੀਰਾ ਬੋਲ ਅਤੇ ਬੋਲ। ਇਹ 3 ਨਾਵਾਂ ਨਾਲ ਇਹਨੂੰ ਜਾਣਦੇ ਨੇ। ਅਤੇ ਆਮ ਬਾਹਰ ਜਦੋਂ ਅਸੀਂ ਕਿਤੇ ਦੇਖੀਏ ਤਾਂ ਇਹਨੂੰ ਮੁਰਾ ਕਹਿੰਦੇ ਨੇ, ਬਾਹਰ ਕੰਟਰੀਆਂ ਦੇ ਵਿੱਚ। ਅਤੇ ਇਹ ਹੈਗਾ ਜੀ ਕੱਜਲ ਦੂਰਕਾ, ਜਿਹਨੂੰ ਆਪਾਂ ਬੱਟੀ ਵਾਲਾ ਸੁਰਮਾ ਕਹਿੰਦੇ ਹਾਂ। ਇਹ ਬੱਟੀ ਵਾਲਾ ਸੁਰਮਾ, ਦੂਰਕਾ ਕੱਜਲ, ਇਹਨੂੰ ਤਾਂ ਕਰਕੇ ਬੋਲਦੇ ਨੇ ਕਿਉਂਕਿ ਇਹ ਦੂਰੋਂ ਆਉਂਦਾ, ਵੀ ਦੂਸਰੇ ਦੇਸ਼ ਤੋਂ ਆਉਂਦਾ। ਹੁਣ ਤਾਂ ਚਲੋ ਆਪਣੇ ਦੇਸ਼ ਦੇ ਵੀ ਹੁੰਦਾ ਹੋਣਾ ਹੈ, ਪਰ ਪਹਿਲਾਂ ਸਮਿਆਂ ਦੇ ਵਿੱਚ ਉਹ ਦੂਰੋਂ ਆਉਂਦਾ ਹੁੰਦਾ ਸੀ। ਮੁਸਲਮਾਨਾਂ ਦੇ ਵਿੱਚ ਉਹਨਾਂ ਦੇ ਨਬੀ ਨੂੰ ਦਰਸ਼ਨ ਕਰਨ ਵਾਸਤੇ ਗਏ, ਕਹਿੰਦੇ ਇੱਕ ਪਰਬਤ ਫਟਿਆ ਸੀ, ਉੱਥੇ ਸੁਰਮਾ ਬਣ ਗਿਆ ਸੀ ਉਸ ਪਰਬਤ ਦਾ। ਉਹ ਫਿਰ ਉਹ ਬਾਹਰੋਂ ਮੰਗਵਾਉਂਦੇ ਹੁੰਦੇ ਸੀ ਉਸ ਸਮਿਆਂ ਦੇ ਵਿੱਚ। ਇਹਨੂੰ ਫਿਰ ਦੂਰਕਾ ਕੱਜਲ ਬੋਲਦੇ ਨੇ ਸੀ, ਦੂਰੋਂ ਆਇਆ ਹੋਇਆ। ਇਹਨੂੰ ਦੂਰਕਾ ਕੱਜਲ ਕਹਿੰਦੇ ਨੇ, ਸੁਰਮਾ ਬੱਟੀ ਵਾਲਾ। ਚਾਹੁੰਦੀ ਕਿ ਇਹ ਬਹੁਤ ਵਧੀਆ ਚੀਜ਼ ਦਿਖਾਈ ਹੈ ਤੁਸੀਂ ਨਾ, ਸਾਡੇ ਤਾਂ ਹੈ ਹੀ ਨਹੀਂ ਹੈ। ਮਤਲਬ ਅੱਜ ਪਹਿਲੀ ਵਾਰ ਦਰਸ਼ਨ ਹੋਏ ਨੇ। ਥੋੜ੍ਹੇ ਜਿਹੇ ਹੋਰ ਰੱਖੋਗੇ ਹੱਥ 'ਤੇ, ਆਪਾਂ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਦਿਖਾ ਦਈਏ ਕਿ ਇਸ ਨੂੰ ਬੋਲਦੇ ਨੇ। ਨਾਮ ਦੱਸਿਓ ਦੁਬਾਰਾ ਇਹਨਾਂ ਦਾ। ਬੱਟੀ ਵਾਲਾ ਸੁਰਮਾ। ਬੱਟੀ ਵਾਲਾ ਸੁਰਮਾ, ਬਿਲਕੁਲ ਜੀ। ਇਹ ਸਿਆਹੀ ਦੇ ਵਿੱਚ ਇਸਦੀ ਵਰਤੋਂ ਕੀਤੀ ਜਾਂਦੀ ਹੈ। ਸੋ ਨਾਲ ਦੀ ਨਾਲ ਇਹ ਵੱਡੀਆਂ ਜਾਣਕਾਰੀਆਂ ਅੱਜ ਲੈ ਕੇ ਪਹੁੰਚੇ ਹਾਂ ਇਸ ਵੀਰ ਦੇ ਕੋਲ। ਸੋ ਅੱਗੇ ਹੋਰ ਕੀ ਕੁਛ ਵਰਤਿਆ ਜਾਂਦਾ ਹੈ? ਸਭ ਤੋਂ ਮੇਨ ਇਹ ਆਹ ਹੈਗੀ ਲੱਕੜ ਜੀ। ਇਹਨੂੰ ਕਹਿੰਦੇ ਨੇ ਵਿਜੇ ਸਾਰ ਕੀ ਲੱਕੜ। ਇਹ ਵਿਜੇ ਸਾਰ ਦੀ ਲੱਕੜ ਹੈ ਜੀ। ਇਹਨੂੰ ਜਦੋਂ ਅਸੀਂ ਭਾਂਡੇ ਦੇ ਵਿੱਚ ਭਿਓਵਾਂਗੇ, ਇਹਨੇ ਨਾ ਕਾਲਾ ਕਾਲਾ ਪਾਣੀ ਕਰ ਦੇਣਾ। ਇਸ ਤਰੀਕੇ ਨਾਲ ਵੀ ਬਣ ਜਾਂਦੀ ਹੈ, ਇਹ ਵੀ ਵਿੱਚ ਪਾ ਕੇ ਬਣ ਜਾਂਦੀ ਹੈ। ਇੱਕ ਹੁੰਦੀ ਹੈ ਬੂਟੀ, ਜਿਹਨੂੰ ਭ੍ਰਿੰਗਰਾਜ ਕਹਿੰਦੇ ਨੇ। ਇਹਨੂੰ ਵੀ ਵਿਜੇ ਸਾਰ ਵੀ ਕਹਿ ਦਿੰਦੇ ਨੇ, ਭ੍ਰਿੰਗਰਾਜ ਵੀ ਕਹਿੰਦੇ। ਉਹ ਭ੍ਰਿੰਗਰਾਜ ਹੁੰਦਾ ਜਿਹੜਾ, ਉਹ ਝੋਨਿਆਂ ਦੇ ਵਿੱਚ ਹੁੰਦਾ ਜੀ। ਉਹ ਚਿੱਟੇ ਚਿੱਟੇ ਫੁੱਲ ਲੱਗਦੇ ਨੇ, ਛੋਟੇ ਛੋਟੇ। ਉਹਨੂੰ ਜਦੋਂ ਉਹਨੂੰ ਤੋੜ ਕੇ ਆਪਾਂ ਉਹਦਾ ਪਾਣੀ ਕੱਢਾਂਗੇ, ਉਹਦੇ ਵਿੱਚੋਂ ਰਸ ਕੱਢਾਂਗੇ, ਉਹ ਕਾਲਾ ਹੋ ਜਾਣਾ ਜਿਵੇਂ ਜਿਵੇਂ ਹਵਾ ਲੱਗਦੀ ਹੈ। ਉਸ ਤਰੀਕੇ ਨਾਲ ਵੀ ਬਣ ਜਾਂਦੀ ਹੈ। ਪੁਰਾਤਨ ਜ਼ਿਆਦਾਤਰ ਉਸ ਢੰਗ ਨਾਲ ਅਤੇ ਇਸ ਢੰਗਾਂ ਨਾਲ ਬਣਾਉਂਦੇ ਹੁੰਦੇ ਸੀ। ਬਾਕੀ ਹੋਰ ਵੀ ਤਰੀਕੇ ਨੇ ਸ਼ਾਹੀ ਬਣਾਉਣ ਦੇ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਪੁਰਾਤਨ ਗੁਰੂ ਗ੍ਰੰਥ ਸਾਹਿਬ ਦੇਖੇ ਨੇ ਅੱਜ ਤੱਕ, ਮੈਂ ਖੋਜ ਕੀਤੀ ਹੈ, ਜਿਹੜੀ ਸ਼ਾਹੀ ਦੇ ਢੰਗ ਨਾਲ ਮੈਂ ਸ਼ਾਹੀ ਬਣਾ ਰਿਹਾ, ਉਸੇ ਢੰਗ ਨਾਲ ਵੀ ਉਹਨਾਂ ਸਰੂਪਾਂ ਦੇ ਉੱਤੇ ਉਹ ਲਿਖਿਆ ਹੋਇਆ ਹੈ ਵੀ ਇਸ ਤਰ੍ਹਾਂ ਕਰਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਪੈਂਦੀਆਂ ਨੇ, ਉਹ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ।
ਤੇ ਬਾਕੀ ਹੋਰ ਚੀਜ਼ਾਂ ਨੇ, ਤਾਂਬੇ ਦਾ ਭਾਂਡਾ ਹੈ ਤੇ ਨਿੰਮ ਦੀ ਲੱਕੜੀ ਹੈ, ਉਹਦੇ ਵਿੱਚ ਅਸੀਂ ਉਹਨੂੰ ਰਗੜਦੇ ਹਾਂ, ਦਿਨ 20 ਕੱਸਦੇ ਹਾਂ, ਦਿਨ 20 ਕੱਸਣੀ। ਇੱਕ ਸਿਰਸ਼ਾਈ, 2 ਸਿਰਸ਼ਾਈ ਗੂੰਦ ਕਿੱਕਰ ਕਾ। ਸਿਰਸ਼ਾਈਆਂ ਦੇ ਵਿੱਚ ਪਹਿਲਾਂ ਵਜ਼ਨ ਤੋਲਦੇ ਹੁੰਦੇ ਸੀ, ਜ਼ਮੀਨਾਂ ਮਾਪੀਆਂ ਜਾਂਦੀਆਂ ਹੁੰਦੀਆਂ ਸੀ। ਇੱਕ ਸਿਰਸ਼ਾਈ ਦੇ ਵਿੱਚ 2 ਮਰਲੇ ਹੁੰਦੇ ਸੀ, ਤੇ ਉਸੇ ਨੂੰ ਵਜ਼ਨ ਦੇ ਤਰੀਕੇ ਨਾਲ ਲਿਖਣਾ ਹੈ ਵੀ ਇੱਕ ਸਿਰਸ਼ਾਈ ਦੇ ਵਿੱਚ 2 ਤੋਲੇ ਹੁੰਦੇ ਨੇ, ਭਾਵ 20 ਗ੍ਰਾਮ। 2 ਸਿਰਸ਼ਾਈਆਂ ਲਿਖੀਆਂ ਨੇ, ਉੱਥੇ 40 ਗ੍ਰਾਮ ਸਮਾਨ ਪਾਉਣਾ ਆਪਾਂ। ਇਹ ਸਾਰੀਆਂ ਤੋਲ ਲਿਖੇ ਨੇ। ਫਿਰ 2 ਸਿਰਸ਼ਾਈ ਗੂੰਦ ਕਿੱਕਰ ਕਾ, 2 ਸਿਰਸ਼ਾਈ ਬੋਲ, 1 ਰੱਤੀ ਸੋਨਾ, ਲਾਜਵਰਦ, विजयसार का पानी, निम्म की लकड़ी, तांबे का भांडा, दिन 20 कसनी। ਇਹ ਵਿਧੀ ਹੈ ਸਾਰੀ ਬਣਾਉਣ ਦੀ, ਤੇ ਇਹਨੂੰ 20 ਦਿਨਾਂ ਬਾਅਦ ਇਹ ਤਿਆਰ ਹੋ ਜਾਂਦੀ ਹੈ। ਇਹਦੇ ਵਿੱਚ ਦੀਵੇ ਦਾ ਫੁੱਲ ਪਾਇਆ ਜਾਂਦਾ ਹੈ। ਅੱਛਾ ਜੀ। ਦੀਵੇ ਦਾ ਫੁੱਲ ਉਹ ਹੁੰਦਾ ਹੈ, ਜਿਵੇਂ ਪੁਰਾਣੀਆਂ ਬੁੜੀਆਂ ਪਹਿਲਾਂ ਸਮਿਆਂ ਦੇ ਵਿੱਚ ਦੀਵਾ ਬਾਲਦੇ ਹੁੰਦੇ ਸੀ ਆਲਿਆਂ ਦੇ ਵਿੱਚ, ਉਹਦੇ ਉੱਤੇ ਉਹਨਾਂ ਨੇ ਬਾਟਾ ਮੁੱਦਾ ਮਾਰ ਦੇਣਾ ਜਾਂ ਕੋਈ ਕੁੱਜੇ ਦਾ ਢੱਕਣ ਮੁੱਦਾ ਮਾਰ ਦੇਣਾ, ਉਹਦੇ ਕਾਲਖ ਲੱਗ ਜਾਂਦੀ ਸੀ। ਉਹਨੂੰ ਲਾ ਕੇ ਫਿਰ ਉਹ ਲੋ ਬਣਾਉਂਦੇ ਸੀਗੇ ਮਾਤਾਵਾਂ, ਸਮੁੰਦਰ ਦੀ ਝੱਗ ਪਾ ਕੇ ਉਹ ਅੱਖਾਂ ਦੇ ਵਿੱਚ ਪਾਉਣ ਨੂੰ, ਠੰਡੀ ਹੁੰਦੀ ਸੀ। ਉਸ ਨੂੰ ਬੋਲਦੇ ਨੇ ਦੀਵੇ ਦਾ ਫੁੱਲ, ਜਿਹੜੀ ਉਹ ਕਾਲਖ ਉਤਰਦੀ ਹੈ, ਤੁਆਂਖ ਜਿਹਨੂੰ ਕਹਿ ਦਈਏ। ਉਹਨੂੰ ਫਿਰ ਵਿੱਚ ਕਾਲਾ ਕਰਨ ਵਾਸਤੇ, ਸ਼ਾਹੀ ਦਾ ਰੰਗ ਬਲੈਕ ਕਰਨ ਵਾਸਤੇ ਉਹ ਵਿੱਚ ਪਾਇਆ ਜਾਂਦਾ ਹੈ। ਸੋਨਾ ਵਿੱਚ ਪਾਇਆ ਜਾਂਦਾ ਹੈ ਉਹਦੀ ਤਸੀਰ ਨੂੰ, ਤਸੀਰ ਵਾਸਤੇ। ਤੇ ਦੂਸਰਾ ਸੋਨਾ ਜਿਹੜਾ ਛੇਤੀ ਪੇਪਰ ਨੂੰ ਖ਼ਤਮ ਨਹੀਂ ਹੋਣ ਦਿੰਦਾ, ਨਾ ਉਹ ਸ਼ਾਹੀ ਨੂੰ ਖ਼ਤਮ ਹੋਣ ਦੇਵੇ ਨਾ ਪੇਪਰ ਨੂੰ। ਵਿੱਚ ਉਹਦੇ ਨਿੰਮ ਦੀ ਲੱਕੜ ਤਾਂ ਕਰਕੇ ਪਾਈ ਜਾਂਦੀ ਹੈ ਵੀ ਇਸ ਨੂੰ ਘੁਣ ਨਾ ਲੱਗੇ। ਇਹ ਸਾਰੇ ਕਾਰਨ, ਜਿਹੜੀਆਂ ਚੀਜ਼ਾਂ ਨੇ ਉਹ ਕਿਸੇ ਕਾਰਨ ਵੱਧ ਕਰਕੇ ਸਹੀ ਬਣੀ ਹੁੰਦੀ ਹੈ। ਸਿੰਪਲ ਤਰੀਕੇ ਨਾਲ ਵੀ ਬਣ ਜਾਂਦੀ ਹੈ, ਅਸੀਂ ਸਿੰਪਲ ਤਰੀਕੇ ਨਾਲ ਵੀ ਲਿਖ ਸਕਦੇ ਹਾਂ, ਪਰ ਜਿਹੜੀ ਇਹ ਸ਼ਾਹੀ ਹੈ ਇਹ ਮਤਲਬ ਆਪਾਂ 400-500 ਸਾਲ ਤੱਕ ਆਪਾਂ ਇਸ ਤਰ੍ਹਾਂ ਹੀ ਰੱਖ ਸਕਦੇ ਹਾਂ। ਬਿਲਕੁਲ ਜੀ। ਇਹ ਬਹੁਤ ਵਧੀਆ ਜਾਣਕਾਰੀ ਅੱਜ ਪਹਿਲੀ ਵਾਰ ਸਾਨੂੰ ਮਿਲੀ ਹੈ, ਤੇ ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਨੂੰ ਇਹ ਚੀਜ਼ ਜਿਹੜੀ ਹੈ ਬਹੁਤ ਵਧੀਆ ਲੱਗ ਰਹੀ ਹੋਏਗੀ। ਪਹਿਲੀ ਵਾਰ ਜਿਹੜੀ ਅਸੀਂ ਸਿਆਹੀ ਦੀ ਵਿਧੀ ਜਾਣੀ ਹੈ। ਦੂਸਰੀ ਗੱਲ ਜਾਣਨਾ ਚਾਹਾਂਗੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਦਾ ਸਮਾਂ ਤਾਂ ਹੁਣ ਸ਼ਾਇਦ ਬਹੁਤ ਲੱਗੇਗਾ, ਹੋਰ ਸਾਲ ਵੀ ਲੱਗ ਜਾਣਗੇ ਤੁਹਾਨੂੰ, ਤੇ ਅਨੁਮਾਨਿਤ ਖਰਚਾ ਕਿੰਨਾ ਕੁ ਆ ਜਾਂਦਾ ਹੈ ਸਿਆਹੀ ਦਾ ਸਮਾਨ ਲੈਣ 'ਤੇ, ਜਾਂ ਜਿਹੜੇ ਤੁਸੀਂ ਪੇਪਰ ਮੰਗਵਾਇਆ, ਕਾਗਜ਼ ਮੰਗਵਾਇਆ, ਉਹ ਕਿੰਨਾ ਟੋਟਲ ਖਰਚਾ ਆਉਂਦਾ ਹੈ? ਇਉਂ ਹੁੰਦਾ ਭੈਣ ਜੀ, ਜਿਹੜਾ ਸ਼ਾਹੀ ਦਾ ਜਿਹੜਾ 1 ਰੱਤੀ ਸੋਨਾ ਪੈਣਾ ਹੈ, ਉਹ 20 ਦਿਨਾਂ ਬਾਅਦ ਸ਼ਾਹੀ ਬਣਨੀ ਹੈ, ਉਹਦੇ ਵਿੱਚ 1 ਰੱਤੀ ਸੋਨਾ ਪੈਣਾ ਹੈ। ਸੋਨੇ ਦੇ ਰੇਟ ਵੱਧਦੇ ਚੜ੍ਹਦੇ ਘਟਦੇ ਵੱਧਦੇ ਰਹਿੰਦੇ ਨੇ। ਫਿਰ ਸਾਈਡਾਂ ਦੇ ਉੱਤੇ ਜਿਹੜੀ ਮੀਨਾਕਾਰੀ ਹੋਣੀ ਹੈ ਉਹ ਵੀ ਗੋਲਡ ਦੇ ਨਾਲ ਹੋਣੀ ਹੈ, ਬਿਲਕੁਲ ਪਿਓਰ ਗੋਲਡ। ਜਿਸ ਤਰ੍ਹਾਂ ਦੀਵਾਰਾਂ ਦੇ ਉੱਤੇ ਚਮਕ ਰਹੀ ਹੈ ਗੋਲਡਨੈਸ ਜੀ, ਇਸ ਤਰ੍ਹਾਂ ਕਰਕੇ ਉਹ ਪੂਰੇ ਗੋਲਡ ਦੇ ਨਾਲ ਹੋਣੀ ਹੈ। ਉਹ ਪਹਿਲਾਂ 24 ਕੈਰਟ ਦਾ ਸੋਨਾ, ਉਹਨੂੰ 24 ਕੈਰਟ ਦੇ ਸੋਨੇ ਨੂੰ ਅਸੀਂ ਜੈਪੁਰੋਂ ਉਹਨੂੰ ਵਰਕ ਕਰਵਾ ਕੇ ਲੈ ਕੇ ਆਉਣੇ ਨੇ। ਵਰਕ ਕਰਵਾ ਕੇ ਉਸ ਦੀ ਫਿਰ ਸ਼ਾਹੀ ਬਣੂਗੀ ਬਿਲਕੁਲ ਗੋਲਡਨ। ਉਹ ਸਾਈਡ ਦੇ ਉੱਤੇ ਸੋਨਾ ਲੱਗੇਗਾ। ਫਿਰ ਉੱਪਰ ਮਨ ਹੈ, ਸੰਗਤ ਬੜੀ ਕਿਰਪਾ ਕਰ ਰਹੀ ਹੈ, ਸਹਿਯੋਗ ਦੇ ਰਹੇ ਨੇ। ਇੱਕ ਸਾਰੇ ਦਾ ਸਾਰਾ ਮਹਾਰਾਜ ਸਾਹਿਬ ਦੇ ਸਰੂਪ ਦੇ ਉੱਤੇ ਜਿਹੜਾ ਸੋਨਾ ਚਲਾਇਆ ਜਾਵੇਗਾ। ਅਨੁਮਾਨ ਤੇ ਇਹ ਹੈ ਵੀ 35-40 ਲੱਖ ਦਾ, ਤੇ ਬਾਕੀ ਸੱਚੇ ਪਾਤਸ਼ਾਹ ਜਾਣਦੇ ਨੇ ਵੀ ਕਿੰਨਾ, ਕਿਉਂਕਿ ਵੱਧ ਵੀ ਸਕਦਾ ਹੈ, ਘੱਟ ਵੀ ਸਕਦਾ ਹੈ। ਅਨੁਮਾਨ ਦੇ ਵਿੱਚ ਆਪਾਂ ਕੋਈ ਪੱਕੀ ਦਲੀਲ ਨਹੀਂ ਦੇ ਸਕਦੇ। ਆਰਥਿਕ ਪੱਖੋਂ ਤੁਸੀਂ ਪਹਿਲਾਂ ਬੜੇ ਕਮਜ਼ੋਰ ਹੋਇਆ ਕਰਦੇ ਸੀ, ਹੈ ਨਾ? ਹੌਲੀ ਹੌਲੀ ਮਿਹਨਤ ਕੀਤੀ, ਗੁਰੂ ਸਾਹਿਬ ਨੇ ਕਿਰਪਾ ਕਹਿੰਦੇ, ਜਦੋਂ ਕੋਈ ਗੁਰੂ ਦੇ ਦਰ 'ਤੇ ਆ ਜਾਂਦਾ ਤਾਂ ਗੁਰੂ ਸਾਹਿਬ ਉਹਦੀ ਖੁਦ ਬਾਂਹ ਫੜਦੇ ਨੇ। ਸੋ ਥੋੜ੍ਹੇ ਜਿਹੇ ਹਾਲਾਤ ਹੁਣ ਘਰ ਦੇ ਠੀਕ ਹੋਏ ਨੇ, ਪਰ ਇਹ ਵੀ ਨਹੀਂ ਕਹਿ ਸਕਦੇ ਕਿ ਬਹੁਤ ਹੀ ਜ਼ਿਆਦਾ ਠੀਕ ਨੇ। ਔਰ ਜੇਕਰ ਗੱਲ ਕੀਤੀ ਜਾਵੇ ਤੁਹਾਡੀ ਇਨਕਮ ਸੋਰਸ ਦੀ, ਤਾਂ ਉਹ ਕਿੱਥੋਂ ਆਉਂਦਾ ਹੈ? ਇਹਦਾ ਖਰਚਾ ਤੁਸੀਂ ਕਿਵੇਂ ਕੱਢਦੇ ਹੋ ਸਾਰਾ? ਫਿਲਹਾਲ ਭੈਣ ਜੀ ਇਉਂ ਹੈ ਵੀ ਪਹਿਲਾਂ ਮੈਂ ਆਪਣੇ ਆਪ ਜਿਹੜੀ ਗੁਰੂ ਸਾਹਿਬ ਦੀ ਸੇਵਾ ਕਰਦਾ ਹੁੰਦਾ ਸੀ, ਹੁਣ ਬਹੁਤ ਸਾਰੀ ਸੰਗਤ ਹੈ ਜਿਹੜੇ ਸਹਿਯੋਗ ਦੇ ਰਹੇ ਨੇ। ਕਿਉਂਕਿ ਸੰਗਤ ਦੇ ਵਿੱਚ ਚਾਅ, ਮੈਂ ਜਦੋਂ ਸ਼ੁਰੂਆਤ ਕੀਤੀ ਮੈਨੂੰ ਇੱਕ ਸਿੰਘ ਨੇ ਕਿਹਾ ਵੀ ਇਹ ਬਹੁਤ ਜ਼ਿਆਦਾ ਖਰਚਾ ਹੈ, ਇਹ ਤੇਥੋਂ ਹੋਣਾ ਨਹੀਂ, ਰਹਿਣ ਦੇ। ਮੈਂ ਫਿਰ ਜਦੋਂ ਆਰੰਭਤਾ ਕੀਤੀ, ਉਦੋਂ ਜਦੋਂ ਜਿਹੜਾ ਆਪਣਾ ਪਹਿਲੇ ਪ੍ਰਕਾਸ਼ ਪੁਰਬ ਦੇ ਉੱਤੇ ਸ਼ਬਦ ਆਇਆ ਸੀਗਾ, ਸੰਤਾਂ ਕੇ ਕਾਰਜ ਆਪ ਕਰੋਇਆ ਹਰ ਕਰਮ ਕਰਾ ਬਣਾਇਆ ਰਾਮ, ਮੇਰੇ ਮਨ ਦੇ ਵਿੱਚ ਮੈਂ ਕਿਹਾ ਵੀ ਜਦੋਂ ਗੁਰੂ ਸਾਹਿਬ ਆਪ ਕਹਿ ਰਹੇ ਨੇ ਵੀ ਮੈਂ ਤੇਰੇ ਨਾਲ ਹਾਂ, ਫਿਰ ਚਿੰਤਾ ਕਰਨ ਦੀ ਲੋੜ ਨਹੀਂ। ਫਿਰ ਉਹ ਸੰਗਤ ਦੇ ਰੂਪ ਦੇ ਵਿੱਚ ਗੁਰੂ ਸਾਹਿਬ, ਕਿਉਂਕਿ ਇਹ ਦੇਖੋ ਨਾ ਤਾਂ ਮੈਂ ਲੈਣ ਵਾਲਾ ਅਤੇ ਨਾ ਹੀ ਦੇਣ ਵਾਲਾ, ਸੰਗਤ ਦੇ ਰੂਪ ਦੇ ਵਿੱਚ ਜਿਹੜੀ ਸੰਗਤ, ਸਾਰੀ ਸੰਗਤ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਹੋ ਕੇ ਆਪ ਇਹ ਸਾਰੇ ਕਾਰਜ ਕਰਵਾਉਣ ਲੱਗ ਪਏ ਨੇ। ਸਿੱਖ ਸੰਗਤ ਇਹੋ ਜਿਹੀ ਪਈ ਹੈ
ਅੱਜ ਵੀ ਇਹੋ ਜਿਹਾ ਸਿੱਖ ਸੰਗਤ ਦੇ ਵਿੱਚ ਚਾਅ ਗੁਰੂ ਸਾਹਿਬ ਦੀ ਸੇਵਾ ਦੇ ਪ੍ਰਤੀ ਵੀ ਉਹ ਆਪਣਾ ਸੀਸ ਤੱਕ ਗੁਰੂ ਸਾਹਿਬ ਤੇ ਬਲਿਦਾਨ ਕਰ ਦੇਣ। ਮਾਇਆ ਦੀ, ਸੋਨੇ ਚਾਂਦੀ ਦੀ ਤਾਂ ਵੱਖਰੀ ਗੱਲ ਹੈ। ਇਹ ਹੁਣ ਇਸ ਵੇਲੇ ਸੰਗਤ ਵੱਲੋਂ ਸਹਿਯੋਗ ਮਿਲ ਰਿਹਾ, ਜਿਹੜਾ ਸ਼ਾਮਾਂ ਦਾ ਜਾਂ ਲੰਗਰ ਵੀ ਵਰਤਾਉਂਦੇ ਆ, ਜਾਂ ਉਹ ਵੀ ਵੀਰ ਨੇ ਭੁਪਿੰਦਰ ਸਿੰਘ ਜੀ, ਉਹ ਪੱਕੀ ਸੇਵਾ ਭੇਜ ਦਿੰਦੇ ਨੇ ਵੀ ਤੁਸੀਂ ਲੰਗਰ ਚਲਾਓ ਜੀ, ਤੁਸੀਂ ਸੇਵਾ ਕਰੋ। ਕੁਛ ਆਪਣਾ ਚਾਹ ਹੋ ਜਾਂਦਾ, ਕੁਛ ਆਪਦੀ ਵੀ ਮਿਹਨਤ, ਅਤੇ ਉਹ ਵੀਰ ਜੀ ਭੇਜਦੇ ਨੇ ਸੇਵਾ, ਬਾਹਰ ਨੇ ਕਨੇਡਾ ਉਹ, ਅਤੇ ਕੁਛ ਕੁ ਸੱਜਣ ਮਿੱਤਰ ਯਾਰ ਦੋਸਤ ਹੋਰ ਸਹਿਯੋਗ ਦੇ ਦਿੰਦੇ ਨੇ। ਇਸ ਤਰ੍ਹਾਂ ਹੀ, ਕਿਉਂਕਿ ਰਲ ਮਿਲ ਕੇ ਮੈਂ ਇਕੱਲਾ ਨਹੀਂ ਕਰ ਸਕਦਾ, ਇਕੱਲੇ ਦੀ ਹਿੰਮਤ ਨਹੀਂ। ਹਾਂਜੀ, ਬਹੁਤ ਸਾਰੀ ਸੰਗਤ ਕਹਿ ਲਓ ਜਾਂ ਬਹੁਤ ਸਾਰੇ ਲੋਕ ਨਾ ਅਜਿਹੇ ਹੁੰਦੇ ਨੇ ਜੋ ਛੇਤੀ ਡੋਲ ਜਾਂਦੇ ਨੇ, ਗੁਰੂ ਸਾਹਿਬ 'ਤੇ ਬੜਾ ਯਕੀਨ ਰੱਖਦੇ ਨੇ, ਕੋਈ ਨਾ ਕੋਈ ਕੰਮ ਸ਼ੁਰੂ ਕਰ ਲੈਂਦੇ ਨੇ, ਫਿਰ ਹੌਲੀ ਹੌਲੀ ਸਮਾਂ ਬੀਤ ਜਾਂਦਾ ਕਿ ਸਾਡੇ ਤਾਂ ਗੁਰੂ ਸੁਣਦਾ ਹੀ ਨਹੀਂ ਹੈ, ਡੋਲ ਜਾਂਦੇ ਨੇ, ਹੈ ਨਾ, ਤਾਂ ਬੜੀ ਛੇਤੀ ਭੱਜ ਜਾਂਦੇ ਨੇ। ਤੁਹਾਨੂੰ ਗੁਰੂ ਸਾਹਿਬ ਨੇ ਕਿਵੇਂ ਸੰਭਿਆ? ਤੁਸੀਂ ਵੀ ਡੋਲੇ ਸੀਗੇ? ਦੇਖੋ ਭੈਣ ਜੀ, ਜਿਹੜਾ ਡੋਲਣਾ ਪਾਣਾ ਹੈ ਨਾ, ਉਹ ਵਾਸਤਵਿਕ ਤੌਰ 'ਤੇ ਹੋਣਾ ਚਾਹੀਦਾ। ਜੇ ਅਸੀਂ ਡੋਲਾਂਗੇ ਨਹੀਂ ਨਾ ਤਾਂ ਗੁਰੂ ਸੰਭਾਲੇਗਾ ਕਿੱਦਾਂ? ਜਿਹੜਾ ਜਦੋਂ ਅਸੀਂ ਡੋਲ ਪਏ, ਭਾਵ ਸੁਭਾਗ ਦਾ ਸਮਾਂ ਆ ਗਿਆ, ਉਸ ਵੇਲੇ ਕੰਮ ਇਹ ਕਰਨਾ ਚਾਹੀਦਾ ਹੈ। ਹਨੇਰੇ ਤੋਂ ਹਰੇਕ ਬੱਚਾ ਡਰਦਾ ਹੈ, ਅਤੇ ਅਸੀਂ ਵੀ ਡਰਾਂਗੇ, ਸੁਭਾਵਿਕ ਹੈ। ਪਰ ਜਦੋਂ ਮਾਂ ਨਾਲ ਹੋਵੇ ਅਤੇ ਬੱਚੇ ਨੂੰ ਕੀ ਕਰਨਾ ਚਾਹੀਦਾ ਹੈ? ਹਨੇਰਾ ਪੈ ਜਾਵੇ ਇੱਕਦਮ, ਅਤੇ ਬੱਚਾ ਕੀ ਕਰੇਗਾ? ਬੱਚਾ ਭੱਜ ਕੇ ਜਾ ਕੇ ਆਪਦੀ ਮਾਂ ਦੇ ਪੈਰਾਂ ਨੂੰ ਪਕੜ ਲਏਗਾ। ਉਹਨੇ ਜ਼ੋਰ ਨਾਲ ਆਪਦੀ ਮਾਂ ਨੂੰ ਜੱਫੀ ਪਾ ਲੈਣੀ, ਅਤੇ ਉਹਦਾ ਸਾਰਾ ਡਰ ਗਾਇਬ ਹੋ ਜਾਊ। ਉਹਨੂੰ ਐਂ ਹੋ ਜਾਣਾ ਵੀ ਹਨੇਰਾ ਹੈ ਨਹੀਂ, ਮੇਰੀ ਮਾਂ ਮੇਰੇ ਨਾਲ ਹੈ। ਬਸ ਇਹੀ ਸਾਡੇ ਚਾਅ ਹੋਣਾ ਚਾਹੀਦਾ। ਜਦੋਂ ਡੋਲੀਏ, ਗੁਰੂ ਸਾਹਿਬ ਦੇ ਚਰਨਾਂ ਨੂੰ ਪਕੜ ਲਓ, ਜਿੰਨਾ ਹੋ ਸਕਦਾ ਸੀਸ ਨਵਾ ਕੇ ਸੱਚੇ ਪਾਤਸ਼ਾਹ ਕੋਲੇ ਬੈਠੋ। ਫਿਰ ਡੋਲੋਗੇ ਜ਼ਰੂਰ, ਪਰ ਡੋਲਣੋਂ ਬਚਾ ਲਓ, ਡੋਲਣ 'ਤੇ ਰੱਖੋ ਪ੍ਰਭੂ। ਹਾਂ, ਉਹ ਪ੍ਰਮਾਤਮਾ, ਤੂੰ ਮੇਰੋ ਮਿਹਰ ਪਰਬਤ ਹੈ ਸੁਆਮੀ। ਉਹ ਸੱਚੇ ਪਾਤਸ਼ਾਹ, ਜੇ ਅਸੀਂ ਉਹਦੀ ਕਿਰਪਾ ਸਦਕਾ ਤੁਰੇ ਫਿਰਦੇ ਹਾਂ, ਕਿਉਂਕਿ ਉਹ ਡੋਲਣੋਂ ਵੀ ਆਪ ਬਚਾਵੇਗਾ। ਸਾਡੀ ਹਿੰਮਤ, ਸਾਡੀ ਤਾਕਤ ਹੈ ਹੀ ਨਹੀਂ ਵੀ ਅਸੀਂ ਡੋਲਣੋਂ ਵੀ ਬਚ ਸਕੀਏ, ਕਿਉਂਕਿ ਸਾਰਾ ਕੁਝ ਕਰਤਾ। ਗੁਰਬਾਣੀ ਦੇ ਵਿੱਚ ਜਦੋਂ ਆਰੰਭਤਾ ਹੁੰਦੀ ਹੈ, ਜਪਜੀ ਸਾਹਿਬ ਦੀ ਬਾਣੀ ਹੈ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਆਉਂਦਾ ਹੈ। ਕਰਤਾ ਪੁਰਖ ਦਾ ਭਾਵ ਵੀ ਸੰਸਾਰ ਦੇ ਵਿੱਚ ਹੋਣ ਵਾਲੇ ਕਾਰਜ ਸਾਰੇ ਕਰਤਾ ਆਪ ਕਰਦਾ, ਜੋ ਵੀ ਕਾਰਜ ਨੇ। ਜੇ ਅਸੀਂ ਡੋਲਦੇ ਹਾਂ, ਉਹ ਵੀ ਸਤਿਗੁਰੂ ਆਪ, ਜੇ ਸੰਭਲਦੇ ਹਾਂ, ਉਹ ਵੀ ਸਤਿਗੁਰੂ ਆਪ ਕਰਾਉਂਦਾ, ਆਪ ਸੰਭਾਲਦਾ, ਆਪੇ ਡਲਾਉਂਦਾ। ਸਾਰੇ ਕਾਰਜ ਆਪੇ, ਬਹੁ-ਬਿਧ ਰੰਗਲਾ ਸਖੀਏ ਮੇਰਾ ਲਾਲ, ਸਾਰੇ ਰੰਗ ਉਹਦੇ ਨੇ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ, ਜਿਉਂ ਨਚਾਏ ਤਿਉਂ ਤਿਉਂ ਨੱਚਣ, ਸਿਰ ਸਿਰ ਕੋ। ਜਿਵੇਂ ਜਿਵੇਂ ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ, ਉਵੇਂ ਉਵੇਂ ਇਹ ਸੰਸਾਰ ਚੱਲ ਰਿਹਾ ਹੈ। ਬਿਲਕੁਲ। ਹਿੰਦੂ ਧਰਮ ਤੋਂ ਤੁਸੀਂ ਹੈ, ਪਹਿਲਾਂ ਆਪਾਂ ਗੱਲ ਕੀਤੀ ਸੀ, ਸਿੱਖੀ ਦੇ ਵਿੱਚ ਆਏ ਹੋ, ਔਰ ਪਹਿਲਾਂ ਤੁਸੀਂ AC ਲਗਾਉਣ ਦਾ ਕੰਮ ਕਰਦੇ ਸੀ, ਨਾਲ ਨਾਲ ਪੜ੍ਹਿਆ ਕਰਦੇ ਸੀ, ਬਹੁਤ ਸਾਰੇ ਹੋਰ ਵੀ ਤੁਸੀਂ ਕਾਰਜ ਕੀਤੇ ਨੇ। ਹੁਣ ਗੁਰੂ ਘਰਾਂ ਦੇ ਵਿੱਚ ਕੀਰਤਨ ਵੀ ਕਰਦੇ ਹੋ, ਬਾਣੀ ਪੜ੍ਹਦੇ ਹੋ, ਨਾਲ ਨਾਲ ਬਹੁਤ ਸੋਹਣਾ ਉਤਾਰਾ ਵੀ ਕਰ ਰਹੇ ਹੋ, ਹੈ ਨਾ। ਇਹ ਕਾਰਜ ਬੜਾ ਵੱਡਾ ਮੁੱਲ ਦਿੱਤਾ ਗੁਰੂ ਪਾਤਸ਼ਾਹ ਨੇ। ਜੇਕਰ ਪਹਿਲੇ ਸਮੇਂ ਦੀ ਗੱਲ ਕਰਾਂ ਤਾਂ ਉਦੋਂ ਜ਼ਿੰਦਗੀ ਔਰ ਅੱਜ ਦੀ ਜ਼ਿੰਦਗੀ 'ਚ ਕੀ ਫਰਕ ਦੇਖਦੇ ਹੋ ਤੁਸੀਂ? ਇਹ ਸ਼ਬਦ ਨਾ ਬਿਆਨੇ ਜਾਣ ਵਾਲੇ ਨੇ, ਜਿਸ ਨੂੰ ਮਤਲਬ ਇੱਕ ਸਦੀਆਂ ਤੋਂ ਲੰਮੇ ਪਿਆਸਾ ਹੋਵੇ ਕੋਈ ਇਨਸਾਨ, ਰੇਗਿਸਤਾਨ ਦੇ ਵਿੱਚ ਫਿਰਦਾ ਹੋਵੇ, ਅਤੇ ਕੁਦਰਤੀ ਉਹਨੂੰ ਇੱਕ ਪਾਣੀ ਦਾ ਚਸ਼ਮਾ ਨਜ਼ਰ ਆ ਜਾਵੇ, ਉਹਦੇ ਮਨ ਦਾ ਚਾਅ ਨਾ ਤਾਂ ਅਸੀਂ ਅਨੁਮਾਨ ਲਾ ਸਕਦੇ ਹਾਂ, ਅਤੇ ਨਾ ਉਹ ਦੱਸ ਸਕਦਾ। ਉਹਦਾ ਚਾਅ ਉਹੀ ਦੱਸ ਸਕਦਾ ਵੀ ਉਹਨੂੰ ਚਸ਼ਮੇ ਨੂੰ ਦੇਖ ਕੇ, ਪਾਣੀ ਦੇ ਚਸ਼ਮੇ ਨੂੰ ਦੇਖ ਕੇ ਕਿੱਦਾਂ ਹੋ ਰਿਹਾ। ਅਤੇ ਜਦੋਂ ਪੀ ਲੈਂਦਾ, ਫਿਰ ਤਾਂ ਤ੍ਰਿਪਤ ਹੋਣ ਵਾਲੀ ਗੱਲ ਹੋ ਜਾਂਦੀ ਹੈ। ਅਤੇ ਪਹਿਲਾਂ ਵਾਲਾ ਜਨਮ, ਪਹਿਲਾਂ ਵਾਲਾ ਸਮਾਂ ਮੈਂ ਸਮਝਦਾ ਸੀ ਉਹ ਜੀਵਨ ਨਹੀਂ ਸੀ, ਅਤੇ ਹੁਣ ਵਾਲਾ ਸਮਾਂ ਜਿਹੜਾ ਇਹ ਗੁਰੂ ਦੇ ਲੇਖੇ ਲੱਗਿਆ ਹੈ। ਇਹਦੇ ਵਰਗਾ ਜੀਵਨ ਕਿਤੇ ਨਹੀਂ ਮਿਲਣਾ, ਕਿਉਂਕਿ ਜੋ ਇਸ ਵੇਲੇ ਸਾਥ ਸਮਰੱਥ ਗੁਰੂ ਦਾ ਹੈ, ਅਤੇ ਜਿਸ ਦੇ ਨਾਲ ਸੱਚੇ ਪਾਤਸ਼ਾਹ ਆਪ ਖੜੇ ਹੋਣ, ਉਹਨੂੰ ਹੋਰ ਕੁਛ ਨਹੀਂ ਚਾਹੀਦਾ। ਬਿਲਕੁਲ। ਮੈਂ ਲਾਸਟ ਸਵਾਲ ਕਰਾਂਗੀ ਕਿ ਭਟਕਦੇ ਬਹੁਤ ਸਾਰੇ ਲੋਕ ਨੇ,
ਇੱਕ ਗੁਰੂ ਤੋਂ ਜਦੋਂ ਅਰਦਾਸਾਂ ਬੜੀਆਂ ਕਰਦੇ ਰਹਿੰਦੇ, ਬੜੀਆਂ ਕਰ ਦਿੰਦੇ, ਲੱਗਦਾ ਕਿ ਜਦੋਂ ਹਾਲੇ ਸਮਾਂ ਨਹੀਂ ਆਇਆ, ਗੁਰੂ ਸਾਹਿਬ ਨੇ ਉਦੋਂ ਦੇਣਾ ਜਦੋਂ ਉਹਨਾਂ ਨੂੰ ਲੱਗਦਾ ਕਿ ਸਮਾਂ ਆ ਗਿਆ, ਹੈ ਨਾ। ਪਰ ਅਸੀਂ ਬਹੁਤ ਛੇਤੀ ਕਹਿ ਦਿੰਦੇ ਕਿ ਸਾਨੂੰ ਮਿਲਿਆ ਨਹੀਂ, ਅਸੀਂ ਇਹਦੇ ਕੋਲ ਚਲੇ ਜਾਂਦੇ, ਇਹਦੇ ਕੋਲ ਚਲੇ ਜਾਂਦੇ, ਬਹੁਤ ਸਾਰੀਆਂ ਥਾਵਾਂ 'ਤੇ ਜਾ ਕੇ ਮੱਥੇ ਟੇਕਦੇ ਹਾਂ, ਰਗੜਦੇ ਹਾਂ। ਤਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਵਰਗੇ ਇੱਕੋ ਗੁਰੂ 'ਤੇ ਜਿਹੜੇ ਆ ਟੇਕ ਲਾ ਕੇ ਬੈਠੇ? ਭੈਣ ਜੀ ਦੇਖੋ, ਅਰਦਾਸ ਕਰਨੀ, ਗੁਰੂ ਸਾਹਿਬ ਨੇ ਇੱਛਾ ਪੂਰਤੀ ਕਰਨੀ, ਇਹ ਸਾਰੀਆਂ ਵੱਖਰੀਆਂ ਗੱਲਾਂ ਨੇ। ਸਭ ਤੋਂ ਉੱਤਮ ਤੇ ਵੱਡੀ ਗੱਲ ਇਹ ਹੈ ਵੀ ਜਿਹੜਾ ਗੁਰੂ ਕਲਗੀਧਰ ਪਿਤਾ ਨੇ ਕਿਰਪਾ ਕੀਤੀ ਹੈ, ਭਾਣੇ ਦੇ ਵਿੱਚ ਰਹਿਣਾ ਸਿਖਾਇਆ, ਭਾਣੇ ਦੇ ਵਿੱਚ ਰਹਿ ਕੇ ਦੱਸਿਆ, ਉਹ ਰਹਿਮਤ ਕਿਤੋਂ ਨਹੀਂ ਮਿਲਣੀ। ਬਾਕੀ ਜਿਹੜੇ ਹੋਰ ਜਿਹੜੇ ਸਿੱਖ ਨੇ ਜਾਂ ਹੋਰ ਨੇ ਜਾਂ ਕੋਈ ਵੀ ਹੈ ਸੰਸਾਰ ਦੇ ਲੋਕ ਨੇ, ਜਿੱਦਾਂ ਦੇ ਵੀ ਨੇ, ਕਿਸੇ ਧਰਮ ਨੂੰ, ਕਿਸੇ ਖਲਕਤ ਨੂੰ ਮੰਨਦੇ ਨੇ, ਜਾਂਦੇ ਨੇ, ਜਿੱਥੇ ਵੀ ਜਾਂਦੇ ਨੇ, ਉਹ ਵੱਖੋ ਵੱਖਰੀ ਗੱਲ ਹੈ। ਪਰ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਸਦਕਾ ਇੱਥੇ ਬੈਠ ਕੇ ਜੋ ਆਨੰਦ ਮਿਲਦਾ ਹੈ, ਉਹ ਕਿਤੇ ਹੋਰ ਜਾ ਕੇ ਮਿਲ ਹੀ ਨਹੀਂ ਸਕਦਾ। ਡੋਲਣ ਤੋਂ ਵੱਖਰੀ ਥਾਂ ਫੜਨ ਨਾਲੋਂ ਇੱਕ ਦੇ ਅੱਗੇ ਹੋ ਪਾਵੋ ਦਾਨ, ਢੀਠ ਹੋਏ ਮੰਗੋ। ਮਾਰੇ ਕਹਿੰਦੇ ਨੇ ਜੇ ਦਾਨ ਪਾਉਣਾ ਚਾਹੁੰਦੇ ਹੋ ਨਾ ਤਾਂ ਢੀਠ ਹੋ ਕੇ ਮੰਗਣਾ ਪੈਣਾ। ਤੇ ਇਹੋ ਜੀ ਢੀਠਤਾ ਵੀ ਉਹ ਗੁਰੂ ਦੇ ਪ੍ਰੇਮ ਨਾਲ ਭਰੀ ਹੋਵੇ, ਇਹ ਨਹੀਂ ਵੀ ਸੱਚੇ ਪਾਤਸ਼ਾਹ ਨਾਲ ਸਿੰਘ ਲਾਏ ਹੋਣ, ਇਹ ਵੀ ਨਹੀਂ। ਤੇ ਢੀਠਤਾ ਉਹ ਹੋਵੇ ਵੀ ਜਿਹੜੀ ਗੁਰੂ ਦੇ ਪ੍ਰੇਮ ਨਾਲ ਭਿੱਜੀ ਹੋਵੇ, ਜਿਸ ਤਰ੍ਹਾਂ ਭਾਈ ਮਨ ਜੀ ਆਪਾਂ ਪੰਜਵੇਂ ਪਾਤਸ਼ਾਹ ਵੇਲੇ ਜਾਣਦੇ ਤੇ ਦੇਖ ਲਓ, ਫਿਰ ਵੀ ਸੱਚੇ ਪਾਤਸ਼ਾਹ ਨੰਗੇ ਪੈਰੀ ਭੱਜ ਕੇ ਆਏ ਤੇ ਸੱਚੇ ਪਾਤਸ਼ਾਹ ਨੇ ਕਿਹਾ ਵੀ ਮੰਝ ਤੂੰ ਬਾਹਰ ਆ ਜਾ, ਤੇ ਕਹਿੰਦੇ ਗੁਰੂ ਪਿਤਾ ਮੇਰੀਆਂ ਲੱਕੜਾਂ ਬਾਹਰ ਕੱਢੋ ਪਹਿਲਾਂ, ਮੈਂ ਫੇਰ ਆਵਾਂਗਾ। ਤੇ ਗੁਰੂ ਸਾਹਿਬ ਨੇ ਲੱਕੜਾਂ ਬਾਹਰ ਕੀਤੀਆਂ। ਤੇ ਜਿਸ ਤਰ੍ਹਾਂ ਉਹ ਸਿਦਕ ਬਾਹਰ ਆ ਕੇ ਵੀ ਭਾਈ ਮੰਝ ਜੀ ਮੰਗਦੇ ਕੀ ਨੇ, ਕਹਿੰਦੇ ਜੋ ਅੱਜ ਤੂੰ ਮੰਗ ਲੈ, ਜੋ ਮੰਗਣਾ ਪਾਤਸ਼ਾਹੀਆਂ ਮੰਗ ਲੈ। ਉਹ ਮੰਗਦੇ ਨੇ ਵੀ ਮੁੜ ਕੇ ਕਿਸੇ ਸਿੱਖ ਦਾ ਇਮਤਿਹਾਨ ਨਾ ਲੈ। ਇਹ ਸਿਦਕ, ਇਹ ਭਾਵਨਾ ਜਦੋਂ ਲੈ ਕੇ ਗੁਰੂ ਦੇ ਘਰੇ ਬੈਠਾਂਗੇ ਇੱਕ ਨਾ ਇੱਕ ਦਿਨ ਜ਼ਰੂਰ, ਫਿਰ ਉਹ ਅਵਸਥਾ ਦੇ ਸਿਰ ਤੇ ਹੁੰਦਾ। ਵਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ। ਉਹ ਅਰਦਾਸ ਜਦੋਂ ਤੁਹਾਡੀ ਇੱਕ ਮਿਗਤਾ ਗੁਰੂ ਨਾਲ ਹੋ ਗਈ ਨਾ, ਉਦੋਂ ਅਰਦਾਸ ਕਰਨ ਦੀ ਲੋੜ ਨਹੀਂ, ਫੁਰਨਾ ਬਣ ਜਾਣਾ ਹੈ। ਉਹ ਫੁਰਨੇ ਦੀ ਅਰਦਾਸ ਬਣ ਕੇ ਸਤਿਗੁਰੂ ਅੱਗੇ ਤੇ ਉਹ ਪੂਰਨ ਹੋ ਜਾਵੇ। ਬਸ ਇਹੀ ਸੋਚ ਸੀ। ਅਰਦਾਸ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਫੁਰਨਾ ਪੈਦਾ ਕੀਤਾ, ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਲੱਗੇ ਆ। ਅੱਜ ਸਾਰੇ ਕਾਰਜ ਸੱਚੇ ਪਾਤਸ਼ਾਹ ਆਪ ਕਰ ਰਹੇ ਨੇ। ਬਿਲਕੁਲ ਜੀ। ਮੈਂ ਜਾਣਨਾ ਚਾਹਾਂਗੀ ਕਿ ਜਦੋਂ ਸੰਪੂਰਨ ਹੋ ਗਏ, ਉਤਾਰਾ ਸੰਪੂਰਨ ਹੋ ਚੁੱਕਾ ਹੈਗਾ, ਫਿਰ ਸੁਧਾਈ ਲਈ ਕਿਤੇ ਜਾਏਗਾ? ਹਾਂਜੀ, ਇਹ ਦਰਬਾਰ ਸਾਹਿਬ ਸੁਧਾਈ ਲਈ ਜਾਵੇਗਾ ਤੇ ਇਹਦੇ ਵਿੱਚੋਂ ਜੋ ਵੀ ਕੋਈ ਔਂਕੜ ਜਾਂ ਦਲਿੰਕੜ ਕਿਸੇ ਤਰ੍ਹਾਂ ਦੀ ਕਮੀ ਨਾ ਰਹਿ ਜੀ ਹੋਵੇ, ਉਹ ਸੁਧਾਈ ਵਾਸਤੇ ਹੋਵੇਗਾ। ਕੋਸ਼ਿਸ਼ ਪਹਿਲਾਂ ਮੈਂ ਆਪ ਵੀ ਕਰੂੰਗਾ ਵੀ 5 ਤੋਂ 7 ਵਾਰੀ ਆਪ ਵੀ ਸੁਧਾਈ ਕਰੂੰਗਾ, ਵੀ ਕਈ ਵਾਰ ਕੋਈ ਕਮੀ ਪੇਸ਼ੀ ਰਹਿ ਜਾਵੇ, ਕਿਉਂਕਿ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਤੇ ਕੋਸ਼ਿਸ਼ ਕਰਾਂਗੇ ਵੀ ਜੇ ਨਾ ਹੋਵੇ, ਬਾਕੀ ਸੱਚੇ ਪਾਤਸ਼ਾਹ ਜੀ। ਹਾਂਜੀ, ਸੋ ਬਹੁਤ ਬਹੁਤ ਸ਼ੁਕਰੀਆ, ਸਾਡੇ ਨਾਲ ਗੱਲਬਾਤ ਕੀਤੀ ਹੈ, ਬਹੁਤ ਵੱਡੀ ਮੁੱਲੀਆਂ ਜਾਣਕਾਰੀਆਂ ਦਿੱਤੀਆਂ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਇਹ ਸਨ ਸਾਡੇ ਨਾਲ ਭਾਈ ਮਨਕੀਰਤ ਸਿੰਘ ਖਾਲਸਾ ਜੀ, ਜਿਨ੍ਹਾਂ ਦੇ ਵੱਲੋਂ ਬਹੁਤ ਵੱਡੀ ਮੁੱਲਾ ਕਾਰਜ ਕੀਤਾ ਜਾ ਰਿਹਾ। ਔਰ ਸਭ ਤੋਂ ਖਾਸ ਗੱਲ ਇਹ ਹੈ ਕਿ ਜੇਕਰ ਕੋਈ ਦਰਸ਼ਨ ਦਿਦਾਰੇ ਕਰਨਾ ਚਾਹੁੰਦਾ, ਜ਼ਰੂਰ ਇੱਥੇ ਆ ਸਕਦੇ ਹੋ, ਮਿਲ ਵੀ ਸਕਦੇ ਹੋ ਉਹਨਾਂ ਨੂੰ। ਔਰ ਕਿਸ ਤਰੀਕੇ ਨਾਲ ਕੰਮ ਕਰਦੇ ਨੇ, ਨਾਲ ਨਾਲ ਵੀਰ ਹੋਰਾਂ ਵੀਰਾਂ ਨੂੰ ਸਿਖਾਉਂਦੇ ਵੀ ਨੇ, ਨਾਲ ਕੀਰਤਨ ਵੀ ਕਰਦੇ ਨੇ, ਔਰ ਨਾਲ ਨਾਲ ਜੋ ਇਹਨਾਂ ਦੇ ਨਾਲ ਕੀਰਤਨ ਕਰਦੇ ਨੇ ਉਹਨਾਂ 'ਤੇ ਬੜਾ ਵੱਡਾ ਅਸਰ ਪਿਆ। ਉਹ ਵੀ ਨਾਲ ਪੋਥੀਆਂ ਲਿਖਣੀਆਂ ਸ਼ੁਰੂ ਕੀਤੀਆਂ ਨੇ, 5 ਬਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਨੇ ਉਹਨਾਂ ਨੇ ਵੀ। ਸੋ ਕਹਿੰਦੇ ਕਿ ਜੈਸੀ ਸੰਗਤ ਵੈਸੀ ਰੰਗਤ ਹੋ ਜਾਂਦੀ ਹੈ, ਤਾਂ ਫਿਰ ਇਸੇ ਕਰਕੇ ਫਿਰ ਉਹ ਵੀ ਨਾਲ ਨਾਲ ਕੰਮ ਕਰ ਰਹੇ ਨੇ। ਜੇਕਰ ਤੁਸੀਂ ਵੀ ਆਉਣਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ, ਜ਼ਰੂਰ ਆਇਓ ਅਤੇ ਵੱਧ ਤੋਂ ਵੱਧ ਇਸ ਇੰਟਰਵਿਊ ਨੂੰ ਸ਼ੇਅਰ ਕਰਿਓ, ਤਾਂ ਕਿ ਇਹਨਾਂ ਦਾ ਜਿਹੜੀ ਹੈ ਕੁਛ ਮਦਦ ਵੀ ਹੋ ਸਕੇ, ਤਾਂ ਕਿ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋ ਜਾਣ। ਕਿਉਂਕਿ ਜਿਸ ਤਰੀਕੇ ਨਾਲ ਖਰਚਾ ਇੰਨਾ ਆ ਰਿਹਾ, ਉਹ ਵੀ ਨਿਕਲ ਜਾਵੇ, ਔਰ ਜਿਹੜੀ ਮਨ ਦੀ ਸ਼ਰਧਾ ਲੈ ਕੇ ਇਹਨਾਂ ਨੇ ਸ਼ੁਰੂ ਕੀਤੀ ਹੈ, ਉਹ ਵੀ ਜਿਹੜੀ ਹੈ ਸੰਪੂਰਨ ਹੋ ਜਾਵੇ। ਹੁਣ ਤੁਹਾਡੇ ਤੋਂ ਅਸੀਂ ਲਵਾਂਗੇ ਆਗਿਆ, ਸਹਿਯੋਗੀ ਵਿੱਕੀ ਜਰਖੜ ਦੇ ਨਾਲ ਮਨਦੀਪ ਕੌਰ ਸੰਧੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।